सो इसे गैप ਨੂੰ ਫਿਲ ਕਰਨ ਦੀ ਮੈਂ ਕੋਸ਼ਿਸ਼ ਕੀਤੀ ਆ। ਪੰਜਾਬ ਦੀ ਪਹਿਲੀ ਆਈਟੀ ਕੰਪਨੀ ਸੈਟਅਪ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਅਸੀਂ ਆਪਣੇ ਬੱਚਿਆਂ ਦਾ ਕਸੂਰ ਤੇ ਕੱਢਦੇ ਆ ਕਿ ਉਹ ਸ਼ਹਿਰਾਂ ਵਿੱਚ ਜਾ ਕੇ ਵਸਣਾ ਚਾਹੁੰਦੇ ਨੇ, ਉਹ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਨੇ, ਪਰ ਪਹਿਲਾਂ ਅਸੀਂ ਇਹ ਦੇਖੀਏ ਕਿ ਅਸੀਂ ਪਿੰਡਾਂ ਵਾਸਤੇ ਕੀਤਾ ਕੀ। ਸ਼ਹਿਰਾਂ ਵਿੱਚ ਜਿਹੜਾ ਇੰਟਰਨੈਟ ਉਹ ਸਸਤਾ ਹੈ, ਪਿੰਡਾਂ ਦੇ ਵਿੱਚ ਲੱਖਾਂ ਰੁਪਏ ਅਸੀਂ ਐਜ਼ ਏ ਕੰਪਨੀ ਵੱਧ ਪੇ ਕਰਦੇ ਹਾਂ। ਅਵੇਅਰਨੈਸ ਦੀ ਬਹੁਤ ਕਮੀ ਆ। ਇਹ ਨਹੀਂ ਕਿ ਪਿੰਡਾਂ ਦਾ ਯੂਥ ਜਿਹੜਾ ਆਈਟੀ 'ਚ ਆਉਣਾ ਨਹੀਂ ਚਾਹੁੰਦਾ, ਪਿੰਡਾਂ ਨੂੰ ਪਤਾ ਹੀ ਨਹੀਂ ਕਿ ਆਈਟੀ ਕੀ ਹੁੰਦੀ ਹੈ। ਪਿੰਡ ਵਿੱਚ ਜਿਹੜਾ ਕੰਪਨੀ ਨੂੰ ਖੋਲ੍ਹਣਾ ਹੋਈ ਹੈ ਕਿ ਜੇ ਪਿੰਡ ਦੇਖੋ ਸਾਨੂੰ ਬਣਾ ਸਕਦਾ ਹੈ ਤੇ ਸਾਨੂੰ ਵੀ ਪਿੰਡ ਵਿੱਚ ਕੁਝ ਬਣਾਉਣਾ ਚਾਹੀਦਾ, ਮੇਰਾ ਤੇ ਇਹ ਸੋਚ ਆ। ਸੋ ਜੇ ਤੁਸੀਂ ਵਾਕਈ ਬਦਲਾਵ ਲੈ ਕੇ ਆਉਣਾ ਚਾਹੁੰਦੇ ਹੋ ਤੇ ਉਹ ਸ਼ਹਿਰਾਂ 'ਚ ਬਹਿ ਕੇ ਬਦਲਾਵ ਨਹੀਂ ਆ ਸਕਦਾ, ਪਿੰਡਾਂ ਦੀਆਂ ਜੜ੍ਹਾਂ 'ਚ ਬੈਠਣਾ ਪਏਗਾ। ਰੌਣਕ ਪੰਜਾਬ ਦੀ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਇੰਦਰਜੀਤ ਸਿੰਘ ਚਾਹਲ। ਅੱਜ ਪਹੁੰਚੇ ਹਾਂ ਗੁਰੂ ਕੀ ਨਗਰੀ ਦੇ ਛੋਟੇ ਜਿਹੇ ਪਿੰਡ ਟੰਗਰਾ 'ਚ। ਇਹ ਛੋਟੇ ਜਿਹੇ ਪਿੰਡ ਦੀ ਚਰਚਾ ਇਸ ਪਿੰਡ ਦੀ ਧੀ ਨੇ ਪੂਰੀ ਦੁਨੀਆ 'ਚ ਕਰਵਾ ਦਿੱਤੀ ਹੈ। ਪਹਿਲਾਂ ਚਰਚਾ ਇਸ ਕਰਕੇ ਕਰਵਾਈ ਸੀ ਇਸ ਧੀ ਨੇ ਕਿਉਂਕਿ ਸਮਾਜ ਸੇਵਾ ਕਰਦੀ ਸੀ, ਧੀ ਬੱਚਿਆਂ ਲਈ ਕੰਮ ਕਰਦੀ ਸੀ, ਤੇ ਹੁਣ ਇਸ ਤਰ੍ਹਾਂ ਦਾ ਕੰਮ ਕੀਤਾ ਇਹਨਾਂ ਨੇ ਕਿ ਇੱਕ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਪਹਿਲੀ ਆਈਟੀ ਕੰਪਨੀ ਖੋਲ੍ਹ ਦਿੱਤੀ ਕਿ ਵਿਦੇਸ਼ੀ ਜਿਹੜੇ ਲੋਕ ਨੇ ਉਹ ਵੀ ਇਹਨਾਂ ਤੋਂ ਕੰਮ ਕਰਵਾ ਰਹੇ ਨੇ। ਖਾਸ ਕਰਕੇ ਜਿਹੜੀਆਂ ਬੱਚੀਆਂ ਨੇ ਉਹਨਾਂ ਵਾਸਤੇ ਇਹਨਾਂ ਨੇ ਪਹਿਲ ਕੀਤੀ ਹੈ, ਪਹਿਲ ਕਦਮੀ ਕੀਤੀ ਹੈ ਤੇ ਉਹਨਾਂ ਨੂੰ ਜ਼ਿਆਦਾ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਨੇ। ਆਸਾਨ ਨਹੀਂ ਹੁੰਦਾ ਸ਼ਹਿਰਾਂ ਦੇ ਵਿੱਚ ਜਿਹੜੀਆਂ ਸਹੂਲਤਾਂ ਦੇ ਨਾਲ ਆਈਟੀ ਕੰਪਨੀਆਂ ਖੁੱਲ੍ਹਦੀਆਂ ਨੇ, ਉੱਥੇ ਮੌਕੇ ਬਹੁਤ ਜ਼ਿਆਦਾ ਹੁੰਦੇ ਨੇ, ਸਹੂਲਤਾਂ ਹੁੰਦੀਆਂ ਨੇ, ਤੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਕਾਰਜ ਸ਼ੁਰੂ ਕਰਨਾ ਬਹੁਤ ਕਠਿਨ ਹੁੰਦਾ। ਪਰ ਕਹਿੰਦੇ ਨੇ ਕਿ ਹਿੰਮਤ ਜਿਸ ਦੇ ਵਿੱਚ ਹੁੰਦੀ ਹੈ, ਜਦੋਂ ਆਪਾਂ ਹਿੰਮਤ ਦੇ ਨਾਲ ਕਿਸੇ ਚੀਜ਼ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਕਦੇ ਹਾਰ ਨਹੀਂ ਮਿਲਦੀ, ਫਿਰ ਜਿੱਤਾਂ ਹੀ ਮਿਲਦੀਆਂ ਨੇ। ਤੇ ਇਸੇ ਤਰ੍ਹਾਂ ਦੀ ਜਿਹੜੀ ਹਿੰਮਤ ਕੀਤੀ ਹੈ ਮਨਦੀਪ ਕੌਰ ਟਾਂਗਰਾ ਹੋਣਾ ਨੇ, ਤੇ ਉਸ ਹਿੰਮਤ ਤੋਂ ਬਾਅਦ ਹੁਣ ਲਗਾਤਾਰ ਜਿਹੜੀਆਂ ਇਹਨਾਂ ਨੂੰ ਜਿੱਤਾਂ ਮਿਲਦੀਆਂ ਨੇ। ਇਸ ਜਿਹੜੀ ਪੂਰੀ ਕਹਾਣੀ ਹੈ ਉਹ ਔਰ ਹੋਰ ਜਿਹੜੀਆਂ ਗੱਲਾਂ ਨੇ ਉਹ ਸਾਰੀਆਂ ਗੱਲਾਂ 'ਤੇ ਅੱਜ ਚਰਚਾ ਕਰਾਂਗੇ। ਮਨਦੀਪ ਹੁਣੀ ਸਾਡੇ ਨਾਲ ਨੇ, ਪਹਿਲਾਂ ਸਵਾਗਤ ਕਰਦੇ ਹਾਂ। ਮਨਦੀਪ ਜੀ ਸਵਾਗਤ ਹੈ। ਸ਼ੁਕਰੀਆ ਜੀ, ਤੁਹਾਡੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਮਨਦੀਪ ਜੀ, ਮੇਰਾ ਪਹਿਲਾ ਸਵਾਲ ਇਹ ਹੈ ਕਿਉਂਕਿ ਪਹਿਲਾਂ ਮੈਂ ਕਾਫੀ ਸਾਲ ਪਹਿਲਾਂ ਤੁਹਾਡਾ ਇੰਟਰਵਿਊ ਕੀਤਾ ਸੀ, ਉਦੋਂ ਬੱਚਿਆਂ ਲਈ ਤੁਸੀਂ ਕੰਮ ਕਰਦੇ ਸੀਗੇ ਸਮਾਜ ਸੇਵਾ ਦੇ ਵਿੱਚ। ਇੱਕ ਧੀ ਨੇ ਬਹੁਤ ਚੰਗਾ ਕਾਰਜ ਸ਼ੁਰੂ ਕੀਤਾ ਸੀ ਤੇ ਹੁਣ ਇੱਕ ਵਿਲੱਖਣ ਤਰ੍ਹਾਂ ਦਾ ਜਿਹੜਾ ਕਾਰਜ ਹੈਗਾ ਤੁਹਾਡਾ ਕਿ ਚਰਚਾ ਕੇਜਰੀਵਾਲ ਤੱਕ ਹੋ ਗਈ, ਮੋਦੀ ਤੱਕ ਹੋ ਗਈ। ਪਿੰਡ ਦੇ ਵਿੱਚ ਉਹ ਕੰਮ ਤੁਸੀਂ ਕਰਤਾ ਕਿ ਜਿਹੜਾ ਸ਼ਹਿਰਾਂ 'ਚ ਹੁੰਦਾ ਕੋਈ ਸੋਚ ਵੀ ਨਹੀਂ ਸਕਦਾ ਕਿ ਪਿੰਡਾਂ 'ਚ ਕੰਮ ਕੀਤਾ ਜਾ ਸਕਦਾ। ਕਿੱਦਾਂ ਇਹ ਸਾਰਾ ਕੁਝ ਸੰਭਵ ਹੋਇਆ? ਕਿੱਦਾਂ ਮਨ ਦੇ ਵਿੱਚ ਖਿਆਲ ਆਇਆ? ਟੈਕਨੋਲੋਜੀ ਦਾ ਜਿਹੜਾ ਉਹ ਦੌਰ ਆ ਤੇ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਟ੍ਰੈਂਡ ਜਿਹੜੇ ਦੇਖਦੇ ਨੇ ਕਿ ਹਾਂਜੀ ਦੇਸ਼ ਵਿਦੇਸ਼ ਵਿੱਚ ਕੀ ਹੋ ਰਿਹਾ, ਉਹਨਾਂ ਨੂੰ ਸਮਝ ਆ ਕਿ ਜਿਹੜਾ ਆਉਣ ਵਾਲਾ ਦੌਰ ਆ ਤੇ ਕਰੰਟ ਦੌਰ ਆ ਉਹ ਸਾਰਾ ਟੈਕਨੋਲੋਜੀ ਦਾ ਹੀ ਆ। ਸੋ ਪੜ੍ਹਾਈ ਦਾ ਬੜਾ ਖਾਸ ਯੋਗਦਾਨ ਰਿਹਾ ਜਿਹਦੇ ਨਾਲ ਮੇਰੇ ਵਿੱਚ ਸਮਝ ਪੈਦਾ ਹੋਈ ਕਿ ਅਸੀਂ ਅਜਿਹਾ ਸੈਕਟਰ ਵੀ ਪੰਜਾਬ ਵਿੱਚ ਲੈ ਕੇ ਆ ਸਕਦੇ ਹਾਂ ਕਿ ਜੋ ਹਜੇ ਪੰਜਾਬ ਦੇ ਪਿੰਡਾਂ ਵਿੱਚ ਨਹੀਂ ਹੈ। ਸੋ ਆਪਾਂ ਕਈ ਵਾਰੀ ਦੇਖਦੇ ਕਿ ਪਿੰਡਾਂ ਤੱਕ ਬੈਂਕਾਂ ਪਹੁੰਚ ਗਈਆਂ, ਇੰਸ਼ੋਰੈਂਸ ਪਹੁੰਚ ਗਈ ਆ, ਪਿੰਡਾਂ ਤੱਕ ਸ਼ੋਰੂਮ ਪਹੁੰਚ ਗਏ ਨੇ, ਅਸੀਂ 2 ਵੀਲਰ ਖਰੀਦ ਸਕਦੇ ਹਾਂ। ਸੋ ਪਿੰਡਾਂ ਤੱਕ ਕੰਪਨੀਆਂ ਕਈ ਤਰੀਕਿਆਂ ਨਾਲ ਪਹੁੰਚ ਗਈਆਂ ਨੇ, ਪਰ ਪਿੰਡਾਂ ਤੱਕ ਜਿਹੜੀ ਆ ਉਹ ਆਈਟੀ ਕੰਪਨੀਜ਼ ਜਿਹੜੀਆਂ ਉਹ ਨਹੀਂ ਪਹੁੰਚੀਆਂ, ਖਾਸ ਕਰਕੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ। ਸੋ ਇਸੇ ਗੈਪ ਨੂੰ ਫਿਲ ਕਰਨ ਦੀ ਮੈਂ ਕੋਸ਼ਿਸ਼ ਕੀਤੀ ਆ, ਪੰਜਾਬ ਦੀ ਪਹਿਲੀ ਆਈਟੀ ਕੰਪਨੀ ਸੈਟਅਪ ਕਰਨ ਦੀ ਕੋਸ਼ਿਸ਼ ਕੀਤੀ ਆ। ਅਤੇ ਮੇਰੇ ਜਿਹੜੇ ਪਿੰਡ ਦੇ ਨੌਜਵਾਨ ਆ ਉਹਨਾਂ ਦਾ ਜਿਹੜਾ ਉਹ ਬਹੁਤ ਹੀ ਵੱਡਾ ਯੋਗਦਾਨ ਆ, ਕਿਉਂਕਿ ਉਹ ਇੱਥੇ ਮੇਰੇ ਨਾਲ 7-8 ਸਾਲ ਤੋਂ ਜਿਹੜੇ ਉਹ ਲਗਾਤਾਰ ਜੁੜੇ ਆ ਤੇ ਉਹਨਾਂ ਨੇ ਸਿੱਖਿਆ ਵੀ ਤੇ ਉਹ ਕਰਕੇ ਦਿਖਾਇਆ ਜੋ ਕਿ ਮੇਰਾ ਇੱਕ ਸੁਪਨਾ ਸੀ। ਜਿੱਦਾਂ ਕਿ ਭਾਰਤ ਨੂੰ ਅਸੀਂ ਪਿੰਡਾਂ ਦਾ ਦੇਸ਼ ਕਹਿੰਦੇ ਹਾਂ, ਦੁਨੀਆ ਦੇ ਵਿੱਚ ਭਾਰਤ ਦੀ ਇੱਕ ਇਹ ਵੀ ਵਿਲੱਖਣਤਾ ਹੈਗੀ ਹੈ ਕਿ ਉਹ ਪਿੰਡਾਂ ਦਾ ਦੇਸ਼ ਹੈ।
ਪਿੰਡਾਂ ਦੀ ਜਿਹੜੀ ਇਕਨੋਮੀ ਦੇ ਨਾਲ ਹੀ ਦੇਸ਼ ਚੱਲਦਾ ਹੈਗਾ। ਤੇ ਕਿਉਂਕਿ ਪਿੰਡਾਂ 'ਚ ਜਦੋਂ ਆਪਾਂ ਕੰਮ ਸ਼ੁਰੂ ਕਰਨਾ ਦੂਰ ਦੁਰਾਡੇ ਵਿੱਚ ਤਾਂ ਬਹੁਤ ਦਿੱਕਤਾਂ ਆਉਂਦੀਆਂ, ਇੰਟਰਨੈਟ ਇੱਕ ਵੱਡੀ ਦਿੱਕਤ ਹੈਗੀ ਆ, ਇੰਪਲਾਈ ਦੀ ਵੱਡੀ ਦਿੱਕਤ ਆ, ਇਹ ਸਾਰਾ ਕਿੱਦਾਂ ਮੈਨੇਜ ਕੀਤਾ ਫਿਰ? ਹਾਂਜੀ, ਤੁਹਾਡਾ ਸਵਾਲ ਵੀ ਬਹੁਤ ਹੀ ਖੂਬਸੂਰਤ ਆ, ਕਿਉਂਕਿ ਸਵਾਲ ਇਹੋ ਜਿਹਾ ਮੈਨੂੰ ਪਹਿਲੀ ਵਾਰੀ ਹੋਇਆ ਕਿ ਜਿਹਦੇ ਵਿੱਚ ਤੁਹਾਨੂੰ ਵੀ ਨਹੀਂ ਸਮਝ ਆ ਕਿ ਜਿਹੜਾ ਸਾਡਾ ਦੇਸ਼ ਆ ਉਹ ਪਿੰਡਾਂ ਦਾ ਦੇਸ਼, ਜਿਹੜਾ ਸਾਡਾ ਪੰਜਾਬ ਆ ਉਹ ਪਿੰਡਾਂ ਦਾ। ਸੋ ਹਮੇਸ਼ਾ ਅਸੀਂ ਇਹਨੂੰ ਇੱਕ ਐਗਰੀਕਲਚਰ ਸਟੇਟ ਵਾਂਗੂ ਹੀ ਦੇਖਿਆ। ਹਾਲਾਂਕਿ ਪੰਜਾਬ ਨੂੰ ਫਾਈਨੈਂਸ ਦੀ ਬਹੁਤ ਲੋੜ ਆ, ਪੰਜਾਬ ਨੂੰ ਟੈਕਨੋਲੋਜੀ ਦੀ ਬਹੁਤ ਲੋੜ ਆ, ਪੰਜਾਬ ਨੂੰ ਅੱਛੇ ਲੋਕ ਕੰਮ ਕਰਨ ਦੀ ਟ੍ਰੇਨਿੰਗ ਦੀ ਵੀ ਬਹੁਤ ਲੋੜ ਹੈ। ਸੋ ਪੰਜਾਬ ਦਾ ਭਾਵੇਂ ਅਸੀਂ ਐਗਰੀਕਲਚਰ ਵਿੱਚ ਅਸੀਂ ਬਹੁਤ ਅੱਛਾ ਕਰ ਸਕਦੇ ਹਾਂ, ਪਰ ਕਈ ਜਿਹੜੇ ਸੈਕਟਰ ਆ, ਅਦਾਰੇ ਆ, ਉਹ ਇੱਕ ਨਰਵਸ ਸਿਸਟਮ ਵਾਂਗੂ ਕੰਮ ਕਰਦੇ, ਨਰਵ ਸਿਸਟਮ ਵਾਂਗੂ ਕੰਮ ਕਰਦੇ ਆ, ਸੌਰੀ, ਕਿ ਉਹ ਲੱਤ ਬਾਂਹ ਸਿਰ ਨਹੀਂ ਆ, ਪਰ ਉਹ ਅੰਦਰ ਵਾਲੀਆਂ ਨਾੜੀਆਂ ਨੇ। ਜਿਵੇਂ ਕਿ ਅਸੀਂ ਅਕਾਊਂਟਸ ਦੀ ਗੱਲ ਕਰ ਲਈਏ, ਸੋ ਜੇ ਅਸੀਂ ਆਪਣੇ ਬਾਕੀ ਖੇਤਰ ਜਿਹੜੇ ਕਿ ਸਾਡੇ ਐਗਰੀਕਲਚਰ ਨੂੰ ਸਪੋਰਟ ਕਰ ਸਕਦੇ ਆ, ਜੇ ਇਹਨੂੰ ਆਪਾਂ ਵਧੀਆ ਕਰ ਲਈਏ ਤੇ ਜਿਹੜਾ ਉਹ ਐਗਰੀਕਲਚਰ ਆ ਉਹਦਾ ਵੀ ਵਧੀਆ ਜਿਹੜਾ ਯੂਟਿਲਾਈਜ਼ ਹੋ ਸਕਦਾ। ਦਿੱਕਤਾਂ ਦੀ ਤੁਸੀਂ ਗੱਲ ਕੀਤੀ ਕਿ ਪਿੰਡਾਂ ਵੱਲ ਜਦੋਂ ਧਿਆਨ ਹੀ ਨਹੀਂ ਦਿੱਤਾ ਤੇ ਦਿੱਕਤਾਂ ਜਿਹੜੀਆਂ ਉਹ ਆਉਣੀਆਂ, ਮਾਈਗ੍ਰੇਸ਼ਨ ਜਿਹੜੀ ਆ ਉਹ ਹੋਣੀ ਆ। ਸੋ ਅਸੀਂ ਆਪਣੇ ਬੱਚਿਆਂ ਦਾ ਕਸੂਰ ਤੇ ਕੱਢਦੇ ਆ ਕਿ ਉਹ ਸ਼ਹਿਰਾਂ ਵਿੱਚ ਜਾ ਕੇ ਵਸਣਾ ਚਾਹੁੰਦੇ ਨੇ, ਉਹ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਨੇ, ਪਰ ਪਹਿਲਾਂ ਅਸੀਂ ਇਹ ਦੇਖੀਏ ਕਿ ਅਸੀਂ ਪਿੰਡਾਂ ਵਾਸਤੇ ਕੀਤਾ ਕੀ। ਅਸੀਂ ਅੱਜ ਵੀ ਪਿੰਡਾਂ ਨੂੰ ਉਹ ਵਾਲਾ ਇੰਟਰਨੈਟ ਨਹੀਂ ਦਿੱਤਾ। ਪੂਰੇ ਦੇਸ਼ ਦੀ ਗੱਲ ਕਰ ਲਈਏ ਜਾਂ ਅਸੀਂ ਪੰਜਾਬ ਦੀ ਗੱਲ ਕਰ ਲਈਏ ਕਿ ਜਿਹਦੇ ਨਾਲ ਇੱਕ ਵਧੀਆ ਸੌਫਟਵੇਅਰ ਇੰਜੀਨੀਅਰ ਆਪਣੇ ਪਿੰਡ ਵਿੱਚ ਬੈਠ ਕੇ ਕੰਮ ਕਰ ਸਕਦਾ, ਨਹੀਂ ਹੋ ਸਕਦਾ। ਸਾਨੂੰ ਉਹ ਕੰਟੀਨਿਊਟੀ ਚਾਹੀਦੀ ਹੈ, ਉਹ ਸਪੀਡ ਚਾਹੀਦੀ ਹੈ, ਉਹ ਪ੍ਰਾਈਸ ਚਾਹੀਦਾ। ਸ਼ਹਿਰਾਂ ਵਿੱਚ ਜਿਹੜਾ ਇੰਟਰਨੈਟ ਉਹ ਸਸਤਾ ਹੈ, ਪਿੰਡਾਂ ਦੇ ਵਿੱਚ ਲੱਖਾਂ ਰੁਪਏ ਅਸੀਂ ਐਜ਼ ਏ ਕੰਪਨੀ ਵੱਧ ਪੇ ਕਰਦੇ ਹਾਂ। ਸਾਨੂੰ ਸਰਕਾਰ ਤੋਂ ਸਹੂਲਤ ਮਿਲਣੀ ਚਾਹੀਦੀ ਹੈ ਕਿ ਤੁਸੀਂ ਪਿੰਡ ਵਿੱਚ ਇੱਕ IT ਕੰਪਨੀ ਖੋਲੀ ਆ, 100 ਤੋਂ ਉੱਪਰ ਤੁਸੀਂ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਹੈ, ਉਹਦੀ ਸਜ਼ਾ ਇਹ ਨਹੀਂ ਹੋਣੀ ਚਾਹੀਦੀ ਕਿ ਤੁਸੀਂ 50,000 ਜਿਹੜਾ ਵੱਧ ਪੇ ਕਰੋ ਇੰਟਰਨੈਟ ਦਾ, ਠੀਕ ਹੈ, ਕਿ ਜਿੱਦਾਂ ਅਸੀਂ ਕੋਈ ਗੁਨਾਹ ਕਰ ਲਿਆ। ਇਸੇ ਤਰ੍ਹਾਂ ਜਦੋਂ ਅਸੀਂ ਬੈਂਕ ਦੀ ਗੱਲ ਕਰੀਏ, ਕੋਈ ਪਾਲਿਸੀ ਨਹੀਂ ਆ ਕਿ ਜਿਹਨੂੰ ਅਸੀਂ ਦਿਖਾ ਕੇ ਕਹੀਏ ਕਿ ਅਸੀਂ ਪਿੰਡ ਵਿੱਚ IT ਕੰਪਨੀ ਖੋਲੀ ਆ। ਤੇ IT ਕੰਪਨੀ ਦੀ ਪ੍ਰੋਬਲਮ ਹੈ ਕਿ ਇਹਦੇ ਵਿੱਚ ਸਾਡੇ ਕੋਲ ਮਸ਼ੀਨਾਂ ਨਹੀਂ ਹੁੰਦੀਆਂ, ਇਹਦੇ ਵਿੱਚ ਸਾਡੇ ਕੋਲ ਖੁਦ ਦੀ ਜਗ੍ਹਾ ਨਹੀਂ ਹੁੰਦੀ, ਇਹਦੇ ਵਿੱਚ ਸਾਡੇ ਕੋਲ ਸਟਾਕ ਨਹੀਂ ਹੁੰਦਾ। ਸਿਰਫ ਬੱਚਿਆਂ ਦਾ ਜਿਹੜਾ ਦਿਮਾਗ ਆ ਉਹੀ ਸਟਾਕ ਆ ਸਾਡੇ ਲਈ, ਬੱਚਿਆਂ ਦੀ ਜਿਹੜੀ ਨੌਲੇਜ ਆ ਉਹ ਸਟਾਕ ਆ। ਉਹ ਬੈਂਕ ਗਿਰਵੀ ਥੋੜੀ ਰੱਖੇਗਾ ਤੇ ਉਹ ਕਹਿੰਦਾ ਕਿ ਤੁਹਾਡੇ ਕੋਲ ਤੇ ਕੁਝ ਨਹੀਂ ਆ ਤੇ ਤੁਹਾਨੂੰ ਅਸੀਂ ਕਿਉਂ ਦਈਏ ਲੋਨ। ਇਹੀ ਲੋਨ ਜੇ ਮੈਂ ਬੈਂਗਲੌਰ 'ਚ ਲੈਣਾ ਹੋਵੇ ਤੇ ਬੈਂਕ ਨੂੰ ਝੱਟ ਸਮਝ ਆ ਜੇ, ਉੱਥੇ ਪਾਲਿਸੀ ਵੀ ਹੋਵੇ ਤੇ ਫਟਾਫਟ ਮੇਰੀ ਗੱਲ ਸੁਣ ਲੈਣ। ਪਰ ਇਹੀ ਲੋਨ ਜੇ ਮੈਂ ਟਾਂਗਰੇ 'ਚ ਲੈਣਾ ਹੋਵੇ, ਅੰਮ੍ਰਿਤਸਰ 'ਚ ਲੈਣਾ ਹੋਵੇ ਤੇ ਬੈਂਕ ਨੂੰ ਜਿਹੜੀ ਉਹ ਸਮਝ ਹੀ ਨਹੀਂ ਆਉਂਦੀ। ਸੋ ਹੁਣ ਸਾਡੀ ਸਰਕਾਰ ਵੀ ਨਵੀਂ ਆ, ਹਰ ਚੀਜ਼ ਜਿਹੜੀ ਆ ਪੰਜਾਬ ਵਿੱਚ ਬਦਲਾਵ ਜਿਹੜਾ ਉਹ ਨਜ਼ਰ ਆ ਰਿਹਾ, ਜਾਂ ਅਸੀਂ ਚਾਹੁੰਦੇ ਕਿ ਬਦਲਾਵ ਆਵੇ। ਅਸੀਂ ਖੁਦ ਵੀ ਕੋਸ਼ਿਸ਼ ਕਰ ਰਹੇ ਹਾਂ, ਸਰਕਾਰਾਂ ਵੀ ਕੋਸ਼ਿਸ਼ ਕਰ ਰਹੀਆਂ। ਕਿਉਂ ਨਾ ਅਸੀਂ ਪਿੰਡਾਂ ਤੇ ਜਿਹੜਾ ਵਾ ਉਹ ਧਿਆਨ ਦਈਏ ਤੇ ਜਿਹੜੀਆਂ ਪਾਲਿਸੀਜ਼ ਨੇ ਉਹ ਪਿੰਡਾਂ 'ਚ ਵਿੱਚ ਇੰਪਲੀਮੈਂਟ ਕਰੀਏ। ਤੇ ਜੋ ਵੀ ਅਸੀਂ ਕਰਨਾ ਵਾ, ਜਿਹੜੇ ਸਾਡੇ 60-70% ਪਿੰਡ ਆ ਉਹਨਾਂ ਤੇ ਜਿਹੜਾ ਫੋਕਸ ਕਰੀਏ। ਜਿਵੇਂ ਤੁਸੀਂ ਕੁਐਸਚਨ ਕੀਤਾ ਕਿ ਤੁਹਾਨੂੰ ਵੀ ਇਹ ਸਮਝ ਆ ਕਿ ਇਹ ਪਿੰਡਾਂ ਦਾ ਪੰਜਾਬ ਆ, ਤੇ ਪਰ ਉੱਪਰ ਜਿਹੜੀ ਇਹ ਸਮਝ ਨਹੀਂ ਆਉਂਦੀ। ਜਿਸ ਤਰ੍ਹਾਂ ਕਿ ਪ੍ਰਧਾਨ ਮੰਤਰੀ ਵੀ ਕਹਿੰਦੇ ਆ ਨਰਿੰਦਰ ਮੋਦੀ ਕਿ ਡਿਜੀਟਲ ਇੰਡੀਆ ਦੀ ਗੱਲ ਹੁੰਦੀ ਹੈ ਤੇ ਪੰਜਾਬ ਦੇਸ਼ ਦੇ ਜਿਹੜੇ ਡਿਵੈਲਪਮੈਂਟ ਸੂਬੇ ਆ ਉਹਨਾਂ ਚੋਂ ਇੱਕ ਗਿਣਿਆ ਜਾਂਦਾ, ਜਾਂ ਆਪਾਂ ਸਭ ਤੋਂ ਮੋਹਰੀ ਸੂਬਾ ਕਹਿ ਦਿੰਦੇ ਆ ਕਿ ਜਿਹੜਾ ਹੈਗਾ, ਕਿਉਂਕਿ ਦੇਸ਼ ਦੇ ਹਾਲੇ ਵੀ ਕਈ ਪਿੰਡ ਹੈਗੇ ਜਿੱਥੇ ਬਿਜਲੀ ਤੱਕ ਵੀ ਨਹੀਂ ਹਾਲੇ ਪਹੁੰਚ ਚੁੱਕੀ। ਤਾਂ ਇਸ ਤਰ੍ਹਾਂ ਦੇ ਡਿਵੈਲਪ ਸੂਬੇ ਦੇ ਵਿੱਚ ਵੀ ਹਾਲੇ ਜਦੋਂ ਸਾਨੂੰ ਇੰਟਰਨੈਟ ਵਰਗੀਆਂ ਸਹੂਲਤਾਂ ਲਈ ਤਰਸਣਾ ਪੈ ਰਿਹਾ ਤਾਂ ਇੱਕ ਤਰਾਸਦੀ ਜ਼ਰੂਰ ਹੈਗੀ ਹੈ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਪਿੰਡਾਂ ਦਾ ਦੇਸ਼ ਹੈਗਾ ਪੰਜਾਬ, ਤੇ ਅੱਜ ਇੱਕ ਤਰਾਸਦੀ ਇਹ ਵੀ ਹੈ ਕਿ ਅੱਜ ਜਿਹੜਾ ਬੱਚਾ ਹੈ, ਅੱਜ ਯੂਥ ਹੈ, ਉਹ IT 'ਚ ਜਾਣਾ ਵੀ ਨਹੀਂ ਚਾਹੁੰਦਾ ਪਿੰਡਾਂ ਦਾ, ਕਿਉਂਕਿ ਜਾਂ ਤਾਂ ਉਹ ਚਾਹੇ ਉਹ ਬੱਚੇ ਹੋਣ ਜਾਂ ਬੱਚੀਆਂ ਹੋਣ, ਜਾਂ ਤਾਂ ਉਹ ਫਿਰ ਪੜ੍ਹਦੇ ਆ 12 ਕਰਦੇ, ਉਸ ਤੋਂ ਬਾਅਦ ਫਿਰ ਉਹਨਾਂ ਦਾ ਜਹਾਜ਼ 'ਚ ਬਹਿਣ ਦਾ ਸੁਪਨਾ ਹੁੰਦਾ ਅਮਰੀਕਾ ਕੈਨੇਡਾ ਜਾਣ ਦਾ, ਤੇ ਜਾਂ ਫਿਰ ਆਪਣੇ ਖੇਤੀਬਾੜੀ 'ਚ ਲੱਗ ਦਿੰਦੇ। ਖੇਤੀਬਾੜੀ 'ਚ ਵੀ ਇੱਕ ਟੈਕਨੋਲੋਜੀ ਦੀ ਕਮੀ ਹੈਗੀ ਆ, ਉਹੀ ਪੁਰਾਣੇ ਸਮੇਂ ਦੇ ਨਾਲ ਉਸਨੂੰ ਟੈਕਨੋਲੋਜੀ ਦੇ ਨਾਲ ਜੋੜਿਆ ਨਹੀਂ ਜਾ ਰਿਹਾ। ਇਸ ਤੇ ਵੀ ਕੋਈ ਕੰਮ ਕਰ ਰਹੇ ਹੋ ਤੁਸੀਂ? ਹਾਂਜੀ, ਅਵੇਅਰਨੈਸ ਦੀ ਬਹੁਤ ਕਮੀ ਆ। ਇਹ ਨਹੀਂ ਕਿ ਪਿੰਡਾਂ ਦਾ ਯੂਥ ਜਿਹੜਾ IT 'ਚ ਆਉਣਾ ਨਹੀਂ ਚਾਹੁੰਦਾ, ਪਿੰਡਾਂ ਨੂੰ ਪਤਾ ਹੀ ਨਹੀਂ ਕਿ IT ਕੀ ਹੁੰਦੀ ਹੈ, ਠੀਕ ਹੈ। ਸੋ ਆਪਾਂ ਜੇ ਸਮਝੋ ਕਿ ਕੋਈ ਪਾਲਿਸੀ ਲੈ ਕੇ ਆਉਣੀ ਜਾਂ IT ਸੈਕਟਰ ਨੂੰ ਆਪਾਂ ਅੱਗੇ ਲੈ ਕੇ ਜਾਣਾ, ਤੇ ਪਹਿਲਾਂ ਸਾਨੂੰ ਸਮਝਾਉਣਾ ਵੀ ਤੇ ਪਏਗਾ ਨਾ ਕੀ ਆ। ਅੱਜ ਹੁਣ ਮੇਰੇ ਪਿੰਡ ਲਗਾ ਲਓ, ਜੇ ਮੇਰੇ ਕੋਲ 25 ਬੱਚੇ ਜੌਬ ਕਰਦੇ ਆ, ਉਹਦੇ ਵਿੱਚੋਂ ਮੈਨੂੰ ਪਤਾ ਕਿ 50% ਨੂੰ ਸਮਝਾਉਣਾ ਨਹੀਂ ਆਉਣਾ ਉਹਨਾਂ ਦੇ ਪੇਰੈਂਟਸ ਨੂੰ ਕਿ ਸਾਡਾ ਬੱਚਾ ਕੀ ਕੰਮ ਕਰਦਾ, ਕਿਉਂਕਿ ਇਸ ਸੈਕਟਰ ਤੇ ਜਿਹੜਾ ਕੰਮ ਜਿਹੜਾ ਉਹ ਹੋਇਆ ਹੀ ਨਹੀਂ ਆ।
ਸੋ ਸਭ ਤੋਂ ਪਹਿਲਾਂ ਇਹਦੀ ਜਿਹੜੀ ਅਵੇਅਰਨੈਸ ਦੀ ਬੜੀ ਲੋੜ ਆ। ਫਿਰ ਆਪਾਂ ਸਾਡੀ ਕੰਪਨੀ 'ਚ ਕੀ ਹੁੰਦਾ ਹੈ, ਇੱਥੇ ਅਸੀਂ ਬੱਚੇ ਨੂੰ A ਤੋਂ ਸਿਖਾਉਂਦੇ ਹਾਂ, ਠੀਕ ਹੈ। ਸੋ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਹਰ ਇੱਕ IT ਕੰਪਨੀ ਜਾਂ ਕੋਈ ਨਵੇਂ ਖੇਤਰ 'ਚ ਜਦੋਂ ਕੁਛ ਆ ਰਿਹਾ, ਸਮਝੋ HR ਕੰਸਲਟੈਂਸੀ ਆ, ਠੀਕ ਆ, ਕੋਈ ਹੋਰ ਜਿਹੜੀਆਂ ਫੀਲਡਸ ਹੈਗੀਆਂ ਵਾ, ਟ੍ਰੇਨਿੰਗ ਦੀਆਂ ਕੰਪਨੀਜ਼ ਨੇ, ਅਕਾਊਂਟਸ ਦੀਆਂ ਕੰਪਨੀਜ਼ ਨੇ, ਸੋ ਉਹਦੇ ਨਾਲ ਨਾਲ ਜਿਹੜਾ ਵਾ ਉਹ ਟ੍ਰੇਨਿੰਗ ਹੱਬ ਵੀ ਚਾਹੀਦੇ ਆ। ਉੱਦਾਂ ਦੇ ਬੱਚੇ ਤਿਆਰ ਕਰਨ ਦੀ ਵੀ ਲੋੜ ਪਏਗੀ, ਕਿਉਂਕਿ ਸਾਡੀਆਂ ਜਿਹੜੀਆਂ ਯੂਨੀਵਰਸਿਟੀਜ਼ ਆ, ਸਾਡੇ ਜਿਹੜੇ ਕਾਲਜ ਆ, ਉੱਥੇ ਉਹ ਨਹੀਂ ਪੜ੍ਹਾਇਆ ਜਾ ਰਿਹਾ ਜਿਹਦੀ ਸਾਨੂੰ ਲੋੜ ਆ। ਹੁਣ ਆਪਾਂ ਗੱਲ ਕਰ ਲਈਏ ਕਿ ਸਾਨੂੰ MBA ਬੱਚਾ ਚਾਹੀਦਾ ਜਿਹੜਾ ਕਿ ਇੱਕ ਜਿਹੜੀ ਐਨਕਾਂ ਵਾਲੀ ਦੁਕਾਨ ਹੁੰਦੀ ਆ ਉੱਥੇ ਸਾਨੂੰ ਮੈਨੇਜਰ ਵੀ ਹੋਵੇ ਤੇ ਨਾਲ ਛੋਟੇ ਮੋਟੇ ਕੰਮ ਵੀ ਕਰ ਲਏ। ਸੋ ਉੱਦਾਂ ਦੀ ਕੋਈ ਪਰਟੀਕੂਲਰ ਪੜ੍ਹਾਈ ਨਹੀਂ ਆ। ਪਹਿਲਾਂ ਇੱਕ ਡਾਕਟਰ ਹੁੰਦਾ ਤੇ ਫਿਰ ਉਹ ਅੱਗੇ ਆਪਣੇ ਬੰਦਿਆਂ ਨੂੰ ਟ੍ਰੇਨ ਕਰਦਾ। ਕੋਈ ਵੋਕੇਸ਼ਨਲ ਕੋਰਸ, ਕੋਈ ਛੋਟੇ ਕੋਰਸਿਸ ਜਾਂ 1 ਸਾਲ ਦਾ ਕੋਰਸ ਨਹੀਂ ਹੈਗਾ ਕਿ ਜਿੱਥੇ ਉਹ ਬੱਚਾ ਸਿੱਧਾ ਜਾ ਕੇ ਲੱਗ ਜੇ। ਹਾਲਾਂਕਿ ਕਈਆਂ ਨੇ ਸ਼ੁਰੂ ਕੀਤਾ, ਕੋਈ ਬੈਂਕਿੰਗ ਦੀ ਤਿਆਰੀ ਕਰਾ ਰਹੇ ਇੰਸਟੀਟਿਊਟ, ਕੋਈ ਹੋਟਲ 'ਚ ਲੱਗਣ ਵਾਲੀ ਤਿਆਰੀ ਕਰਾ ਰਹੇ। ਸੋ ਉਹ ਪ੍ਰਾਈਵੇਟ ਇੰਸਟੀਟਿਊਟਸ ਨੇ ਕਿ ਜਿਨ੍ਹਾਂ ਦੀ ਮੈਂ ਸ਼ਲਾਘਾ ਹੀ ਕਰਦੀ ਹਾਂ ਕਿ ਉਹਨਾਂ ਨੇ ਗੈਪ ਆਇਡੈਂਟੀਫਾਈ ਕਰ ਰਹੇ ਨੇ, ਬੱਚਿਆਂ ਨੂੰ 1 ਸਾਲ ਦੇ ਵਿੱਚ ਤਿਆਰ ਕਰ ਰਹੇ ਨੇ ਤੇ ਉਹਨਾਂ ਦੀ ਜਿਹੜੀ ਉਹ ਜੌਬ ਜਿਹੜੀ ਲੱਗ ਸਕਦੀ। ਸੋ ਸਰਕਾਰ ਨੂੰ ਜਿਹੜੇ ਉਹ ਨਵੇਂ ਕੋਰਸਿਸ ਤੇ ਐਗਜ਼ੈਕਟਲੀ ਉਹ ਚੀਜ਼ ਕਰਾਉਣੀ ਚਾਹੀਦੀ ਜਿਹਦੀ ਅੱਜ ਦੀ ਨੀਡ ਆ। ਸੋ ਇਹ ਜੇ ਆਪਾਂ ਅੱਜ ਸਿਲੇਬਸ ਬਣਾਤਾ ਤੇ 3 ਸਾਲ ਉਹੀ ਚੱਲੀ ਜਾਏਗਾ। ਦੁਨੀਆ ਹੁਣ ਇੱਦਾਂ ਨਹੀਂ ਚੱਲਦੀ। ਹੁਣ ਤੇ 6 ਮਹੀਨੇ ਬਾਅਦ ਜਿਹੜੀ ਉਹ ਚੀਜ਼ ਰਿਵਾਈਜ਼ ਹੋਣੀ ਜਿਹੜੀ ਆ ਬਹੁਤ ਜ਼ਰੂਰੀ ਹੈ। ਤੁਸੀਂ ਪਿੰਡ ਹੀ ਕਾਹਤੋਂ ਚੁਣਿਆ ਕੰਪਨੀ ਖੋਲ੍ਹਣ ਵਾਸਤੇ? ਕਿਉਂਕਿ ਖਰਚੇ ਵੀ ਜ਼ਿਆਦਾ ਹੁਣ ਸਹਿਣ ਕੀਤੇ ਆ ਤੇ ਸ਼ਹਿਰ 'ਚ ਵੀ ਤੁਸੀਂ ਖੋਲ੍ਹ ਸਕਦੇ ਸੀ, ਇੱਥੇ EMPLOYE ਵੀ ਔਖੇ ਮਿਲਦੇ ਆ। ਤੁਹਾਡੇ ਪਹਿਲਾਂ ਦਾ ਖਿਆਲ ਕਿੱਦਾਂ ਆਇਆ ਕੰਪਨੀ ਖੋਲ੍ਹਣ ਦਾ ਇੱਥੇ? ਪਿੰਡ ਵਿੱਚ ਜਿਹੜਾ ਕੰਪਨੀ ਨੂੰ ਖੋਲ੍ਹਣਾ ਉਹ ਹੈ ਕਿ ਜੇ ਪਿੰਡ ਦੇਖੋ ਸਾਨੂੰ ਬਣਾ ਸਕਦਾ ਤੇ ਸਾਨੂੰ ਵੀ ਪਿੰਡ ਵਿੱਚ ਕੁਝ ਬਣਾਉਣਾ ਚਾਹੀਦਾ। ਮੇਰਾ ਤੇ ਇਹ ਸੋਚ ਆ। ਜਦੋਂ ਅਸੀਂ ਸਮਝੋ ਕਿ 30 ਸਾਲ ਦੇ 35 ਸਾਲ ਦੇ ਹੋ ਗਏ ਆ, ਇਹ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਕਿਹੜੀ ਜਗ੍ਹਾ ਦਾ ਖਾਧਾ, ਕਿਹੜੀ ਆਬੋ ਹਵਾ 'ਚ ਅਸੀਂ ਪੈਦਾ ਹੋਏ ਆ, ਹੈ ਨਾ। ਹੁਣ ਮੈਂ ਇੱਥੇ 35 ਸਾਲ ਇੱਥੇ ਲਾ ਕੇ ਆਪਣੇ ਪਿੰਡ ਵਿੱਚ ਤੇ 35 ਸਾਲ ਅਗਲੇ ਮੈਂ ਕੈਨੇਡਾ ਲਾਉਣ ਚੱਲ ਜਾ, ਇਹ ਮੇਰਾ ਅੰਦਰ ਨਹੀਂ ਇਜਾਜ਼ਤ ਦਿੰਦਾ। ਸਭ ਦੀ ਖੁਦ ਦੀ ਜਿਹੜੀ ਉਹ ਸੋਚ ਆ। ਸੋ ਇੱਥੇ ਬੈਠਣਾ ਇਸ ਕਰਕੇ ਜ਼ਰੂਰੀ ਆ ਕਿ ਇੱਕ ਤੇ ਅਸੀਂ ਵਾਪਸ ਉਸੇ ਧਰਤੀ ਨੂੰ ਦੇਣਾ ਚਾਹੁੰਦੇ ਆ ਜਿਹਦੇ ਕਣ ਤੋਂ ਅਸੀਂ ਬਣੇ ਆ। ਦੂਸਰਾ, ਬਦਲਾਵ ਤਾਂ ਹੀ ਆਏਗਾ ਜੇ ਅਸੀਂ ਜੜ੍ਹਾਂ 'ਚ ਬੈਠਾਂਗੇ। ਜੇ ਪਿੰਡ ਵਿੱਚ ਬੈਠਾਂਗੀ ਤੇ ਮੈਨੂੰ ਬੱਚਿਆਂ ਦਾ ਪਤਾ ਲੱਗੇਗਾ ਕਿ ਇਹਨਾਂ ਨੂੰ ਕੀ ਦਿੱਕਤ ਆ। ਅੰਮ੍ਰਿਤਸਰ ਵਾਲੇ ਨੂੰ ਕੀ ਪਤਾ ਕਿ ਇੱਥੇ ਪਿੱਛੇ ਸਾਡੀ ਮੱਝ ਬਿਮਾਰ ਆ, ਰਾਈਟ। ਅੰਮ੍ਰਿਤਸਰ ਵਾਲਿਆਂ ਨੂੰ ਕੀ ਪਤਾ ਕਿ ਸਾਡੇ ਬੱਚਾ ਸਵੇਰੇ ਇਹਨੂੰ ਪੱਠੇ ਪਾ ਕੇ ਆ ਰਿਹਾ, ਉਹਨੂੰ ਕੀ ਪਤਾ ਕਿ ਫਸਲ ਜਿਹੜੀ ਉਹ ਖਰਾਬ ਹੋ ਜਾਣੀ ਆ। ਡੇਅਰੀ 'ਚ ਸਾਡੇ ਪਾਪਾ ਅੱਜ ਬਿਮਾਰ ਆ ਤੇ ਦੁੱਧ ਪਾ ਕੇ ਆਉਣਾ ਵਾ, ਠੀਕ ਆ। ਸੋ ਪਿੰਡਾਂ ਦੀਆਂ ਮੁਸ਼ਕਲਾਂ ਹੋਰ ਨੇ। ਮੈਨੂੰ ਲੱਗਦਾ ਕਿ ਜੇ ਇਹੀ ਮੁਸ਼ਕਲਾਂ ਬੱਚੇ ਜਿਹੜੇ ਆ ਉਹ ਆਪਣੀਆਂ ਬੜੀਆਂ ਮਾਡਰਨ ਕੰਪਨੀਜ਼ ਵਿੱਚ ਜਾ ਕੇ ਦੱਸਣਗੇ ਉਹ ਤੇ ਇੱਕ ਤਰ੍ਹਾਂ ਦਾ ਫਨੀ ਹੋ ਜਾਏਗਾ ਕੰਮ, ਹਾਸਾ ਹੀ ਪੈ ਜਾਏਗਾ ਕਿ ਕਿਉਂਕਿ ਉਹਨਾਂ ਨੇ ਕਦੀ ਸੁਣਿਆ ਹੀ ਨਹੀਂ ਹੋਣਾ। ਸੋ ਜੇ ਤੁਸੀਂ ਵਾਕਈ ਬਦਲਾਵ ਲੈ ਕੇ ਆਉਣਾ ਚਾਹੁੰਦੇ ਹੋ ਤੇ ਉਹ ਸ਼ਹਿਰਾਂ 'ਚ ਬਹਿ ਕੇ ਬਦਲਾਵ ਨਹੀਂ ਆ ਸਕਦਾ। ਪਿੰਡਾਂ ਦੀਆਂ ਜੜ੍ਹਾਂ 'ਚ ਬੈਠਣਾ ਪਏਗਾ। ਰੋਜ਼ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਸੁਣਨੀਆਂ ਪੈਣਗੀਆਂ, ਉਹਨਾਂ ਨੂੰ ਸੋਲਵ ਕਰਨਾ ਪਏਗਾ। ਇੱਥੇ ਬਹੁਤ ਕਾਉਂਸਲਿੰਗ ਕਰਨੀ ਪੈਂਦੀ ਆ। ਇੱਥੇ ਹਰ ਕੁੜੀ ਦਾ ਵਿਆਹ 12ਵੀਂ ਤੋਂ ਬਾਅਦ ਹੋ ਸਕਦਾ ਵਾ, ਹਰ ਕੋਈ ਬਾਹਰ ਜਾ ਸਕਦਾ ਵਾ। ਬਹੁਤ ਘੱਟ ਲੋਕ ਨੇ ਜਿਹਨਾਂ ਦਾ ਇੰਨਾ ਜਿਗਰਾ ਕਿ ਆਪਣੇ ਬੱਚਿਆਂ ਨੂੰ ਲੱਖਾਂ ਰੁਪਏ ਲਗਾ ਕੇ ਪੜ੍ਹਾ ਦੇਣ, ਠੀਕ ਹੈ। ਉਸ ਲੈਵਲ ਦੀ ਕਾਉਂਸਲਿੰਗ ਕਰਨੀ, ਸਮਝਾਉਣਾ। ਵਾਕਈ ਐਗਜ਼ਾਮਪਲ ਹੁਣ ਅੱਜ ਮੇਰੀ ਕੰਪਨੀ 'ਚ ਇਹੋ ਜਿਹੀਆਂ ਕਈ ਐਗਜ਼ਾਮਪਲ ਆ ਕਿ ਜਿਹੜੇ 6000 ਤੋਂ 60000 ਤੇ ਆਏ ਆ, ਹੁਣ ਬਣ ਗਈਆਂ ਤੇ ਪਿੰਡ ਦਾ ਵੀ ਜਿਹੜਾ ਸੋਚ ਚੇਂਜ ਹੋ ਗਈ ਆ। ਪਿੰਡ 'ਚ ਵੀ ਬਹੁਤ ਬਦਲਾਵ ਆ ਰਿਹਾ। ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਬੱਚਾ 6000 ਤੇ ਸੀ ਉਹ 60 ਤੇ ਆ ਗਿਆ ਹੋਇਆ ਤੇ ਅਗਲੇ ਬੱਚੇ ਵੀ ਜਿਹੜੇ ਆ ਉਹ ਆ ਸਕਦੇ ਆ। ਸੋ ਅਸਲ ਬਦਲਾਵ ਜਿਹੜਾ ਪਿੰਡ ਤੋਂ ਹੀ ਹੋਣਾ। ਇਸੇ ਕਰਕੇ ਮੈਂ ਪਿੰਡ ਚੁਣਿਆ। ਇੱਕ ਪਿੰਡ ਦੀ ਨਾਲ ਕਿ ਇੱਕ ਈਕੋਸਿਸਟਮ ਵੀ ਬਿਲਡ ਹੁੰਦਾ। ਮੈਂ ਬਹੁਤ ਵਾਰ ਐਗਜ਼ਾਮਪਲ ਦਿੱਤੀ ਆ ਕਿ 500 ਲੀਟਰ ਜਿਵੇਂ ਸਾਡਾ ਦੁੱਧ ਆਉਂਦਾ ਤੇ 500 ਲੀਟਰ ਦੁੱਧ ਜਿਹੜਾ ਵਾ ਉਹ ਪਿੰਡ 'ਚੋਂ ਆ ਰਿਹਾ। 500 ਲੀਟਰ ਦੁੱਧ ਜਿਹੜਾ ਵਾ ਉਹ ਪੈਕਟਾਂ ਦਾ ਨਹੀਂ ਦੁੱਧ ਆ ਰਿਹਾ, ਉਹ ਪਿੰਡ 'ਚੋਂ ਆ ਰਿਹਾ। ਉਹ ਦੁੱਧ ਵਾਸਤੇ ਉਹਨਾਂ ਨੂੰ ਹੋ ਸਕਦਾ ਇੱਕ ਦੀ ਮੱਝ ਵੱਧ ਖਰੀਦਣੀ ਪੈਂਦੀ ਹੋਵੇ ਪਈ, ਹੈ ਨਾ। ਜਿੱਦਾਂ ਕੰਪਨੀ ਵਧੀ ਜਾ ਰਹੀ ਆ, ਪਿੰਡ ਦਾ ਜਿਹੜਾ ਵਾ ਉਹ ਦੁੱਧ ਵੀ ਵਧੀ ਜਾ ਰਿਹਾ। ਜੇ ਉਹਨੂੰ ਮੱਝ ਨੂੰ ਆਪਾਂ ਦਵਾਈ ਦੇ ਰਹੇ ਕੋਈ, ਉਹਦੀ ਵੀ ਸੇਲ ਵੱਧ ਰਹੀ ਆ, ਠੀਕ ਹੈ। ਸਾਰਾ ਕੁਛ ਆਪਸ 'ਚ ਕਨੈਕਟਡ ਆ, ਠੀਕ ਹੈ। ਸੋ PG ਆ, ਠੀਕ ਹੈ। ਪਹਿਲਾਂ ਲੋਕੀ ਬਿਲਕੁਲ ਜ਼ੀਰੋ ਕਲਚਰ ਹੀ ਕਿ ਕੋਈ ਆਪਣਾ ਕਮਰਾ ਦੇ ਦੇ ਘਰ 'ਚ ਕਿਸੇ ਨੂੰ, ਕਿਉਂਕਿ ਕਦੀ ਇੱਥੇ ਕੋਈ ਕੰਪਨੀ ਹੈ ਹੀ ਨਹੀਂ। ਹੌਲੀ ਹੌਲੀ ਲੋਕਾਂ ਦਾ ਮਾਈਂਡ ਚੇਂਜ ਹੋਇਆ। 12-15 ਕਮਰੇ ਜਿਹੜੇ ਲੋਕਾਂ ਨੇ ਹੌਲੀ ਹੌਲੀ ਵਿਹਲੇ ਕੀਤੇ, ਹੈ ਨਾ, ਬੱਚੇ ਰਹਿਣ ਲੱਗੇ। ਅੱਜ ਸੋਚਦਾ ਹੈ ਪਿੰਡ ਕਿ ਆਪਾਂ 3 ਕਮਰਿਆਂ ਦਾ PG ਬਣਾ ਲਈਏ,
6 ਕਮਰਿਆਂ ਦਾ ਪੀਜੀ ਬਣਾ ਲਈਏ ਕਿ ਉਹ ਸਾਡੀ ਐਜ਼ ਏ ਇਨਕਮ ਜਿਹੜੀ ਆ ਉਹ ਬਣ ਜਾਏਗਾ। ਇੱਥੇ ਇੰਨੀਆਂ ਕੁੜੀਆਂ ਰਹਿੰਦੀਆਂ ਨੇ, ਸੂਟ ਸਵਾ ਲਿਆ ਪਿੰਡ ਤੋਂ, ਟਿਫਨ ਲਗਾ ਲਿਆ ਪਿੰਡ ਤੋਂ, ਠੀਕ ਆ। ਸੋ ਸਾਰੀ ਗਰੋਸਰੀ ਜਿਹੜੀ ਬੱਚਿਆਂ ਨੇ ਖਰੀਦਣੀ, ਲੋਕਲ ਖਰੀਦਣੀ, ਦੁਪਹਿਰੇ ਬਾਹਰ ਜਾਣਾ, ਇੱਥੋਂ ਲੋਕਲ ਜਿਹੜਾ ਵਾ ਉਹ ਦੁਕਾਨਾਂ ਤੇ ਜਾਣਾ, ਤੇ ਸੋ 100 ਬੰਦਾ ਰੋਜ਼ ਇੱਥੇ ਪੈਸੇ ਖਰਚ ਰਿਹਾ ਪਿੰਡ ਵਿੱਚ ਆ ਕੇ। ਸੋ ਇਦਾਂ ਜਿਹੜਾ ਵਾ ਉਹ ਬਹੁਤ ਜ਼ਿਆਦਾ ਜਿਹੜਾ ਬਦਲਾਵ ਆਉਂਦਾ। ਜਦੋਂ ਤੁਸੀਂ ਇਹ ਕੰਪਨੀ ਲਾਂਚ ਕੀਤੀ ਤਾਂ ਪਿੰਡ ਵਾਲਿਆਂ ਨੇ ਹੱਲਾਸ਼ੇਰੀ ਦਿੱਤੀ ਜਾਂ ਫਿਰ ਮੂੰਹ ਵੱਟਿਆ ਉਹਨਾਂ ਨੇ? ਨਹੀਂ, ਮੈਨੂੰ ਤੇ ਸਾਰੇ ਪਿਆਰ ਹੀ ਕਰਦੇ ਆ, ਮੈਨੂੰ ਇੱਦਾਂ ਲੱਗਦਾ। ਮੈਨੂੰ ਨੈਗੇਟਿਵਿਟੀ ਜੇ ਹੋਵੇ ਵੀ ਤੇ ਮੈਨੂੰ ਉਹ ਪਤਾ ਨਹੀਂ ਫੀਲ ਨਹੀਂ ਹੁੰਦੀ। ਸੋ ਕਿਉਂਕਿ ਮੈਨੂੰ ਪਤਾ ਹੁੰਦਾ ਹੈ ਕਿ ਕਈ ਵਾਰੀ ਨਾ ਦੂਸਰੇ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਉਹਦਾ ਚੰਗਾ ਕਰ ਰਹੇ ਹਾਂ, ਤੇ ਇਸ ਕਰਕੇ ਚੰਗਾ ਕਰਨਾ ਛੱਡ ਨਹੀਂ ਦੇਣਾ ਚਾਹੀਦਾ। ਸੋ ਮੇਰੀ ਇਹ ਸੋਚ ਆ ਕਿ ਮੈਨੂੰ ਪਤਾ ਹੈ ਮੈਂ ਚੰਗਾ ਕਰ ਰਹੀ ਹਾਂ, ਤੇ ਕਿਸੇ ਤਰ੍ਹਾਂ ਦੀ ਵੀ ਸੋਚ ਦੇ ਨਾਲ ਜਿਹੜਾ ਉਹ ਚੰਗਾ ਕਰਨਾ ਮੈਂ ਨਹੀਂ ਛੱਡਣਾ। ਵਕਤ ਆਪੇ ਪ੍ਰੂਵ ਕਰੇਗਾ ਕਿ ਹਾਂ ਬਈ ਇਹ ਵਾਕਈ ਚੰਗਾ ਹੀ ਹੋਇਆ। ਹਾਂ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ 100 ਤੋਂ ਜ਼ਿਆਦਾ ਜਿੱਦਾਂ ਕਿ EMPLOYE ਹੈਗੇ ਆ, ਫਿਰ EMPLOYE ਕਿੱਦਾਂ ਤੁਸੀਂ ਆਪਣੇ ਨਾਲ ਜੋੜੇ? ਕਿਉਂਕਿ ਪਿੰਡਾਂ 'ਚ ਤਾਂ ਇੰਨੇ IT ਨਾਲ ਜੁੜੇ ਹੋਏ ਬੱਚੇ ਨਹੀਂ ਹੈਗੇ, ਤੇ ਉਹਦੇ ਲਈ ਤਾਂ ਤੁਹਾਨੂੰ ਸ਼ਹਿਰਾਂ ਵੱਲ ਜਾਣਾ ਹੀ ਪਿਆ ਹੋਣਾ। ਹਾਂਜੀ, ਸੋ 3-4 ਤਰ੍ਹਾਂ ਦੇ ਮਾਡਲਸ ਨੇ। ਇੱਕ ਤੇ ਅਸੀਂ ਲੋਕਲ ਟ੍ਰੇਨਿੰਗ ਸੈਂਟਰ ਬਣਾਇਆ, ਉੱਥੇ ਅਸੀਂ ਪੇਡ ਅਨਪੇਡ ਦੋਨੋਂ ਕੋਰਸ ਕਰਵਾਉਂਦੇ ਹਾਂ, ਠੀਕ ਹੈ। ਸੋ ਸਾਡਾ ਜਿਹੜਾ ਟਾਰਗੇਟ ਮਾਰਕੀਟ ਆ ਕਿ ਅਸੀਂ ਕਿਹਨੂੰ ਜੌਬ ਦੇਣੀ ਆ, ਉਹ ਮੈਂ ਕਾਫੀ ਵਾਰੀ ਕਲੀਅਰ ਕੀਤਾ। ਦੁਬਾਰਾ ਮੈਂ ਦੱਸ ਰਹੀ ਕਿ ਜਿਹੜੇ ਬੱਚੇ ਪੜ੍ਹੇ ਲਿਖੇ ਨੇ ਪਰ ਉਹਨਾਂ ਕੋਲ ਜੌਬ ਨਹੀਂ ਹੈਗੀ, ਸੋ ਮੇਰਾ ਸਾਰਾ ਫੋਕਸ ਉਹਨਾਂ 'ਤੇ ਹੈ। ਸਮਝੋ ਕਿਸੇ ਨੇ ਡਿਪਲੋਮਾ ਕੀਤਾ ਹੈ, ਗ੍ਰੈਜੂਏਸ਼ਨ ਕੀਤੀ, ਪਰ ਉਹ ਵਿਹਲੇ ਤੁਰੇ ਫਿਰ ਰਹੇ ਨੇ। ਸੋ ਅਸੀਂ ਉਹਨਾਂ ਦੀ ਮਦਦ ਸਭ ਤੋਂ ਪਹਿਲਾਂ ਕਰ ਰਹੇ ਹਾਂ, ਕਿਉਂਕਿ IT ਵਿੱਚ ਤੁਹਾਨੂੰ ਮੈਚਿਓਰ ਬੰਦੇ ਚਾਹੀਦੇ ਆ। ਅੱਛਾ, ਉਹਦੀ ਕਮਿਊਨੀਕੇਸ਼ਨ ਸਾਨੂੰ ਜਲਦੀ ਕਰਨੀ ਪੈਂਦੀ ਹੈ, ਇੰਗਲਿਸ਼ ਦੀ ਸਾਨੂੰ ਲੋੜ ਹੁੰਦੀ ਆ, ਉਹਨੂੰ ਸਿਖਾਉਣਾ ਪੈਂਦਾ। ਸੋ ਜਿਹੜਾ ਇੱਥੇ ਅਸੀਂ ਜਿਹੜਾ ਸਭ ਤੋਂ ਪਹਿਲਾਂ ਕਿ ਇੱਕ ਟ੍ਰੇਨਿੰਗ ਸੈਂਟਰ ਬਣਾਇਆ ਜਿੱਥੇ ਅਸੀਂ ਬੱਚੇ ਰੈਡੀ ਕਰਦੇ ਹਾਂ। ਲਾਸਟ ਈਅਰ 14 ਬੱਚੇ ਜਿਹੜੇ ਆ ਉਹ ਸਮਝੋ ਕਿ ਅਸੀਂ 100 ਬੱਚਿਆਂ ਨੂੰ ਸਿਖਾਇਆ ਤੇ 14 ਬੱਚੇ ਉਹ EMPLOYE ਬਣੇ ਆ, ਉਹ ਸੌਫਟਵੇਅਰ ਇੰਜੀਨੀਅਰ ਬਣੇ ਸਾਡੀ ਕੰਪਨੀ ਦੇ ਵਿੱਚ। ਸੋ ਹਰ ਸਾਲ ਇੱਦਾਂ ਹੀ 14, 15, 20 ਬੱਚੇ ਜਿਹੜੇ ਤਿਆਰ ਕੀਤੇ ਜਾਂਦੇ, ਜਿਹੜੇ ਕੰਪਨੀ 'ਚ ਹੌਲੀ ਹੌਲੀ ਐਡ ਹੋਈ ਜਾ ਰਹੇ ਨੇ। ਦੂਸਰਾ, ਸੋਸ਼ਲ ਮੀਡੀਆ ਤੇ ਮੈਨੂੰ ਕਾਫੀ ਮੇਰੇ ਫੋਲੋਅਰਸ ਨੇ, ਆਲਮੋਸਟ 10 ਲੱਖ ਲੋਕ ਮੈਨੂੰ ਫੋਲੋ ਕਰਦੇ ਸੋਸ਼ਲ ਮੀਡੀਆ ਤੇ ਲੋਕ ਜਿਹੜੇ ਆ ਉਹ ਪੜ੍ਹ ਕੇ ਹੀ ਅੱਧੇ ਤੇ ਇਹੋ ਜਿਹੇ ਲੋਕ ਆ ਕਿ ਜਿਹੜੇ ਮੈਨੂੰ ਲਗਾਤਾਰ ਫੋਲੋ ਕਰਦੇ, ਉਹਨਾਂ ਦਾ ਜੀ ਕਰਦਾ ਇੱਥੇ ਆ ਕੇ ਕੰਮ ਕਰਨ ਨੂੰ। ਸੋ ਮੈਂ ਉਹਨਾਂ ਦੀ ਬੜੀ ਥੈਂਕਫੁਲ ਹਾਂ ਕਿ ਜਿਹੜੇ ਸਮਝੋ ਕਿ ਸਾਡੇ ਪੇਜ ਤੇ ਫੈਨ ਸੀ ਤੇ ਅੱਜ ਸਾਡੇ EMPLOYEES ਨੇ, ਉਹਨਾਂ ਦਾ ਜਿਹੜਾ ਜਜ਼ਬਾ ਉਹ ਬਿਲਕੁਲ ਹੀ ਵੱਖਰਾ ਕੰਮ ਕਰਨ ਦਾ। ਤੇ ਬਾਕੀ ਅਸੀਂ ਥਾਪਰ ਯੂਨੀਵਰਸਿਟੀ ਹੋ ਗਈ, ਮੇਰਾ ਬ੍ਰਦਰ ਉੱਥੋਂ ਪੜ੍ਹਿਆ ਹੈ, ਮੈਂ LPU ਤੋਂ ਪੜ੍ਹੀ ਹਾਂ। ਸੋ ਅਸੀਂ ਆਪਣੀਆਂ ਯੂਨੀਵਰਸਿਟੀਜ਼ ਨਾਲ ਵੀ ਟਾਈ ਅਪ ਕੀਤਾ ਹੈ, ਉੱਥੋਂ ਵੀ ਬੱਚੇ ਆਉਂਦੇ ਨੇ, ਤੇ ਜਿਹੜਾ ਇੰਡੀਆ ਦੀ ਕਈ ਸਟੇਟਸ ਤੋਂ ਬੱਚੇ ਜਿਹੜੇ ਆ ਉੱਥੇ ਕੰਮ ਕਰਦੇ। ਪਿੰਡ 'ਚੋਂ ਵੀ ਸਿਫਾਰਿਸ਼ਾਂ ਆਉਂਦੀਆਂ ਵੀ, ਕਿਉਂਕਿ ਹੁਣ ਪਿੰਡ ਦੀ ਕੁੜੀ ਨੇ ਕੰਪਨੀ ਖੋਲ੍ਹੀ ਤਾਂ ਪਿੰਡ ਦੇ ਵੀ ਲੋਕ ਆਉਂਦੇ ਨੇ ਵੀ ਸਾਡਾ ਬੱਚੇ ਨੂੰ ਰੱਖ ਲਓ ਜਾਂ ਰਿਸ਼ਤੇ ਦਾ ਇੱਦਾਂ? ਸਿਫਾਰਿਸ਼ ਨਾਲ ਇੱਥੇ ਕੁਝ ਵੀ ਨਹੀਂ ਹੁੰਦਾ, ਸਾਰੇ ਡਿਜ਼ਰਵਿੰਗ ਬੱਚੇ ਨੇ। ਸੋ ਸਿਫਾਰਿਸ਼ ਨਾਲ ਜੇ ਕੋਈ ਆ ਵੀ ਜਾਏ ਤੇ ਫਿਰ ਵੀ ਉਹਨੂੰ ਟ੍ਰੇਨਿੰਗ ਦੇ ਕੇ ਉਹਦੀ ਇੰਟਰਵਿਊ ਜਿਹੜੀ ਆ ਹੁੰਦੀ ਆ। ਮੈਨੂੰ ਬੜਾ ਮਾਣ ਹੈ ਇਸ ਗੱਲ 'ਤੇ ਕਿ ਮੇਰੀ ਕੰਪਨੀ 'ਚ ਹਰ ਕੋਈ ਬੱਚਾ ਜਿਹੜਾ ਵਾ ਉਹ ਡਿਜ਼ਰਵਿੰਗ ਬੱਚਾ ਹੀ ਕੰਮ ਕਰ ਰਿਹਾ। ਸਿਫਾਰਿਸ਼ ਵਾਲਾ ਕੋਈ ਵੀ ਜਿਹੜਾ ਉਹ ਇੱਥੇ ਸੀਨ ਹੈ ਹੀ ਨਹੀਂ ਹੈ। ਮੈਂ ਬੱਚੇ ਨੂੰ ਉਹੀ ਦੇਣਾ ਚਾਹੁੰਦੀ ਹਾਂ ਜੋ ਉਹ ਡਿਜ਼ਰਵ ਕਰਦਾ, ਉਹਨੂੰ ਮਾਣ ਹੋਵੇ ਕਿ ਇਹ ਮੈਨੂੰ ਮੇਰੀ ਮਿਹਨਤ ਦੇ ਤੇ ਮੈਂ ਜੋ ਸਿੱਖਿਆ ਵਾ ਉਹਦੇ ਪੈਸੇ ਮਿਲ ਰਹੇ ਨੇ। IT ਸ਼ਬਦ ਇੱਦਾਂ ਦਾ ਹੈਗਾ ਜਿਹੜਾ ਲੀਡਰਾਂ ਨੂੰ ਬਹੁਤ ਰਾਸ ਆਇਆ, ਕਿਉਂਕਿ ਉਹਨਾਂ ਨੇ ਚਾਹੇ ਲੋਕਾਂ ਨੂੰ ਇਸ ਬਾਰੇ ਨਹੀਂ ਸਮਝਾਇਆ ਪਰ ਆਪ ਬਹੁਤ ਚੰਗੀ ਤਰ੍ਹਾਂ ਸਮਝ ਲਿਆ ਔਰ ਇਹਦਾ ਖੂਬ ਫਾਇਦਾ ਚੱਕਿਆ। ਕਿਉਂਕਿ ਅੱਜ IT ਵਿੰਗ ਜਿਹੜਾ ਕਿਸੇ ਵੀ ਸਿਆਸੀ ਧਿਰ ਦੀ ਗੱਲ ਕੀਤੀ ਤਾਂ IT ਵਿੰਗ ਬਹੁਤ ਅਹਿਮ ਹੁੰਦਾ ਨਾ। ਤੇ ਹੁਣ ਇਹਦੇ ਨਾਲ ਤੁਹਾਡਾ ਲੀਡਰਾਂ ਨਾਲ ਵੀ ਰਾਬਤਾ ਵਧਿਆ ਹੋਣਾ ਵੀ ਚੋਣਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਤੇ ਉਹਨਾਂ ਦਾ ਪ੍ਰਚਾਰ ਲਈ IT ਬਹੁਤ ਅਹਿਮ ਕੰਮ ਹੁੰਦੀ ਹੈ। ਲੀਡਰਾਂ ਦਾ ਵੀ ਪ੍ਰਚਾਰ ਕਰਦੇ ਹਾਂ? ਹਾਂਜੀ, ਸਾਡਾ ਇੱਕ ਸਪੈਸ਼ਲ ਸੈਕਸ਼ਨ ਹੈਗਾ ਪੋਲੀਟੀਕਲ ਸੈਕਸ਼ਨ, ਜਿਹਦੇ ਵਿੱਚ ਅਸੀਂ ਪੋਲੀਟਿਕਸ ਨਾਲ ਰਿਲੇਟਿਡ ਲੋਕਾਂ ਦੀ ਵੀ ਅਸੀਂ ਡਿਜੀਟਲ ਮਾਰਕੀਟਿੰਗ ਕਰਦੇ ਹਾਂ। ਫੇਸਬੁੱਕ, ਇੰਸਟਾਗ੍ਰਾਮ, YouTube ਕਿੱਦਾਂ ਉਹਨਾਂ ਦਾ ਮੈਨੇਜ ਕਰਨਾ, ਕੰਟੈਂਟ ਲਿਖਣਾ, ਵੀਡੀਓਜ਼ ਬਣਾਉਣੀਆਂ ਅਸੀਂ ਕਰਦੇ ਹਾਂ। ਬਟ ਮੈਂ ਸਿਰਫ ਉਹਦਾ ਹੀ ਕੰਮ ਕਰਦੀ ਹਾਂ ਜਿਹੜਾ ਕਿ 1 ਨੰਬਰ 'ਚ ਮੇਰੇ ਕੋਲ ਕੰਮ ਕਰਵਾ ਸਕਦਾ। ਸੋ ਮੇਰੇ ਕੋਲ ਪਿਛਲੀਆਂ ਇਲੈਕਸ਼ਨ 'ਚ ਵੀ ਬਹੁਤ ਆਪਸ਼ਨ ਸੀ ਕਿ ਮੈਂ ਬਿਨਾਂ ਬਿੱਲ ਕੱਟੇ ਕੈਸ਼ ਲੈ ਕੇ ਬਹੁਤ ਕੰਮ ਕਰ ਸਕਦੀ, ਪਰ ਮੈਂ ਨਹੀਂ ਕੀਤਾ। ਸੋ ਮੈਂ ਬਹੁਤ ਹੀ ਇੱਕ ਨੀਟ ਐਂਡ ਕਲੀਨ ਕੰਪਨੀ ਚਲਾਉਂਦੀ। ਮੈਨੂੰ ਆਪਣੇ ਕਸਟਮਰਸ 'ਤੇ ਵੀ ਬਹੁਤ ਪ੍ਰਾਊਡ ਆ, ਬਹੁਤ ਮਾਣ ਆ ਕਿ ਮੇਰੇ ਜਿਹੜੇ ਕਸਟਮਰ ਆ ਉਹ ਮੈਨੂੰ ਹੈਲਪ ਕਰ ਰਹੇ ਕਿ ਮੈਂ ਇੱਕ ਸਾਫ਼ ਸੁਥਰੀ ਤੇ ਕਲੀਨ ਕੰਪਨੀ ਜਿਹੜੀ ਆ ਉਹ ਮੈਂ ਕੰਮ ਕਰਾਂ। ਮੈਂ ਹਰ ਮਹੀਨੇ ਜਾਂ ਖਾਸ ਕਰਕੇ ਜਦੋਂ ਅਸੀਂ ਇਲੈਕਸ਼ਨ ਦਾ ਗੱਲ ਕਰਦੇ ਹਾਂ ਅਸੀਂ ਲੱਖਾਂ ਕਰੋੜਾਂ 'ਚ ਕੰਮ ਕਰ ਸਕਦੇ ਹਾਂ ਉਦੋਂ, ਬਟ ਮੈਂ ਸਿਰਫ ਉਹਨਾਂ ਨਾਲ ਹੀ ਕੰਮ ਕੀਤਾ ਤੇ ਉਹਨਾਂ ਕੀ ਕੰਮ ਕੀਤਾ ਕਿ ਜਿਹੜਾ ਅਸੀਂ ਇੱਕ ਨੀਟ ਐਂਡ ਕਲੀਨ ਬਿਜ਼ਨਸ ਕਰ ਸਕੀਏ ਜਿਸ 'ਚ ਸਾਡੇ ਕੋਲ ਕਲੀਅਰ ਟ੍ਰਾਂਜੈਕਸ਼ਨਸ ਹੋਣ। ਬਟ ਇਹ ਕਿ
ਜਿਹੜਾ ਪੋਲੀਟੀਕਲ ਵਿੰਗ ਆ ਇਹਨੂੰ ਜ਼ਿਆਦਾ ਨਹੀਂ ਅਸੀਂ ਤਰਜੀਹ ਦਿੱਤੀ ਆਪਣੇ ਬਿਜ਼ਨਸ ਦੇ ਵਿੱਚ। 2022 ਚ ਚੜ੍ਹਾਈ ਕਿਹਦੀ ਕਰਾਈ ਸੀ ਫਿਰ, ਲੀਡਰ ਕਿਹੜੇ ਦੀ? ਨਹੀਂ ਮੈਂ ਉਹ ਨਾਮ ਥੋੜੀ ਦੱਸ ਸਕਦੀ ਹਾਂ, ਉਹ ਮੇਰੇ ਕਸਟਮਰਸ ਨੇ ਤੇ ਮੈਂ ਡਿਸਕਲੋਜ਼ ਥੋੜੀ ਕਰ ਸਕਦੀ ਕਿਸੇ ਦਾ ਨਾਮ ਨਾ। ਤੇ ਅੱਗੇ ਕਿਉਂਕਿ ਇੱਕ ਪੈਸੇ ਵਾਲੀ ਜਗ੍ਹਾ ਹੈਗੀ ਨਾ ਇੱਥੇ, ਆਈਟੀ ਵਿੰਗ ਦਾ ਜਿਹੜਾ ਸਿਆਸਤੀ ਲੋਕਾਂ ਦੇ ਆਈਟੀ ਵਿੰਗ ਆ, ਗਾਂ ਵੀ ਚੋਣਾਂ ਆਉਣੀਆਂ, ਤੇ ਉਹਦੇ ਲਈ ਤੁਸੀਂ ਤਵੱਜੋ ਘਟਾਈ ਆ? ਹਾਂਜੀ, ਉਹੀ ਮੈਂ ਤੁਹਾਨੂੰ ਕਹਿ ਰਹੀ ਨਾ ਕਿ ਅਸੀਂ ਬਹੁਤ ਹੀ ਲਿਮਿਟਿਡ ਕੰਮ ਜਿਹੜਾ ਵਾ ਉਹ ਪੋਲਿਟਿਕਸ ਦਾ ਕਰਦੇ ਆ। ਤੇ ਕਈ ਵਾਰ ਇਦਾਂ ਵੀ ਹੁੰਦਾ ਹੈ ਕਿ ਜਿਹੜੀ ਆ ਡਾਇਰੈਕਟ ਸਾਨੂੰ ਜਿਹੜਾ ਵਾ ਉਹ ਪਾਰਟੀ ਦਾ ਹੀ ਜਿਹੜਾ ਉਹ ਕੰਮ ਆ ਜਾਂਦਾ, ਪਰ ਕੰਮ ਜਿਹੜਾ ਅਸੀਂ ਉਹੀ ਕਰਦੇ ਆ ਜਿਹਦੇ ਵਿੱਚ ਸਾਨੂੰ ਡਾਇਰੈਕਟ ਥਰੂ ਪਾਰਟੀ ਜਿਹੜੀ ਪੇਮੈਂਟ ਸਾਡੇ ਅਕਾਊਂਟਸ ਦੇ ਵਿੱਚ ਜਿਹੜੀ ਆਉਂਦੀ ਹੈ। ਸੋ ਨੋਰਮਲੀ ਜਿੱਦਾਂ ਲਾਲਚ ਹੋ ਜਾਂਦਾ ਕਿ ਹਾਂਜੀ ਕੈਸ਼ ਵਿੱਚ ਜਿੰਨਾ ਮਰਜ਼ੀ ਕਰ ਦਿਓ, ਆਹ ਕਰ ਦਿਓ, ਮੈਂ ਬਸ ਇਹੀ ਕਹਿ ਰਹੀ ਕਿ ਉਹ ਚੀਜ਼ ਨਹੀਂ ਅਸੀਂ ਕਰਦੇ ਤੇ ਨਾ ਹੀ ਅਸੀਂ ਕਰ ਸਕਦੇ ਹਾਂ। ਸੋ ਉਹਦੇ ਵਿੱਚ ਮੇਰੀ ਲਿਮਿਟ ਆ ਤੇ ਕਈ ਕਸਟਮਰ ਇਸ ਚੀਜ਼ ਨੂੰ ਐਪਰੀਸ਼ੀਏਟ ਵੀ ਕਰਦੇ ਆ, ਠੀਕ ਹੈ। ਸੋ ਭਾਵੇਂ ਪੋਲੀਟੀਸ਼ੀਅਨਸ ਆ, ਉਹਨਾਂ ਦੇ ਖੁਦ ਦੇ ਬਿਜ਼ਨਸ ਵੀ ਹੈਗੇ ਨੇ, ਠੀਕ ਹੈ। ਸੋ ਕਈ ਜਿਨ੍ਹਾਂ ਨੇ ਉਹਨਾਂ ਨੇ ਪੋਲੀਟਿਕਸ ਦਾ ਕੰਮ ਨਾ ਵੀ ਕਰਾਉਣਾ ਹੋਵੇ, ਪਰ ਉਹਨਾਂ ਦਾ ਜਿਹੜਾ ਸਮਝੋ ਕਿ ਕੋਈ ਇਮੀਗ੍ਰੇਸ਼ਨ ਬਿਜ਼ਨਸ ਆ, ਕੋਈ ਹੋਟਲ ਬਿਜ਼ਨਸ ਆ, ਤੇ ਉਹਦਾ ਤੇ ਜਿਹੜਾ ਕੰਮ ਆ ਉਹ ਅਸੀਂ ਕਰ ਸਕਦੇ। ਸੋ ਠੀਕ ਹੈ, ਬਟ ਮੈਂ ਫਿਰ ਵੀ ਕਿਉਂਕਿ ਇਸ ਫੀਲਡ ਵਿੱਚ ਜਿਹੜੇ ਆ ਉਹ ਪੈਸੇ ਟਾਈਮ 'ਤੇ ਲੈਣੇ ਜਿਹੜੇ ਉਹ ਬੜੇ ਔਖੇ ਆ, ਸੋ ਮੈਂ ਨੋਰਮਲੀ ਇੱਕ ਬੜਾ ਲਿਮਿਟਿਡ ਮੇਰਾ ਵਿੰਗ ਆ ਪੋਲੀਟਿਕਸ ਦਾ। ਹਾਲ ਲਾ ਲਓ ਕਿ ਸਾਰੇ ਬਿਜ਼ਨਸ ਦੇ ਵਿੱਚ 3 ਤੋਂ 4% ਮੇਰਾ ਕੰਮ ਹੋਣਾ ਇਹ ਵਾਲਾ। ਤੇ ਅੱਗੇ ਵੀ ਕੁਝ ਸੋਚਿਆ ਕਿਉਂਕਿ ਕੰਪਨੀ ਦਾ ਘੇਰਾ ਵਧਾਉਣਾ ਜਾਂ ਇਹਨੂੰ ਕੋਈ ਹੋਰ ਰੂਪ ਦੇਣਾ? ਹਾਂ ਨਹੀਂ, ਕੰਪਨੀ ਆਲਰੇਡੀ ਬਹੁਤ ਅੱਛਾ ਕਰ ਰਹੀ ਹੈ। ਅਸੀਂ ਸਾਡਾ ਜਿਹੜਾ ਮੇਜਰ ਬਿਜ਼ਨਸ ਆ ਉਹ ਸੌਫਟਵੇਅਰ ਡਿਵੈਲਪਮੈਂਟ ਦਾ ਬਿਜ਼ਨਸ ਆ। ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਸੌਫਟਵੇਅਰ ਆ ਉਹ ਰੈਡੀ ਕਰ ਸਕਦੇ ਹਾਂ, ਭਾਵੇਂ ਮੋਬਾਈਲ ਐਪ ਆ, ਭਾਵੇਂ ਵੈਬ ਐਪ ਆ। ਵੈਬਸਾਈਟਸ ਦੀ ਸਾਡੀ ਇੱਕ ਬਹੁਤ ਸ਼ਾਨਦਾਰ ਟੀਮ ਹੈਗੀ ਆ 15-20 ਬੰਦਿਆਂ ਦੀ। ਡਿਜੀਟਲ ਮਾਰਕੀਟਿੰਗ ਦੇ ਵਿੱਚ ਜਿੱਦਾਂ ਬ੍ਰਾਂਡਸ ਆ ਗਏ ਵੱਖਰੇ ਵੱਖਰੇ, ਸਮਝੋ ਕਿਸੇ ਦਾ ਨਰਸਰੀ ਦਾ ਬਿਜ਼ਨਸ ਆ, ਕਿਸੇ ਦਾ ਇਮੀਗ੍ਰੇਸ਼ਨ ਦਾ ਬਿਜ਼ਨਸ ਆ, ਰੀਅਲ ਏਸਟੇਟ ਦਾ ਬਿਜ਼ਨਸ ਆ। ਸੋ ਬਹੁਤ ਸਾਰੇ ਬਿਜ਼ਨਸ ਆ। ਜਿੱਦਾਂ ਤੁਸੀਂ ਪੋਲੀਟਿਕਸ ਦੀ ਗੱਲ ਕੀਤੀ, ਤੇ ਉਸ ਤੋਂ ਇਲਾਵਾ ਬਹੁਤ ਸਾਰਾ ਜਿਹੜਾ ਵਾ ਉਹ ਕੰਮ, ਮਿਊਜ਼ਿਕ ਇੰਡਸਟਰੀ ਆ, ਸੈਲੀਬ੍ਰਿਟੀਜ਼ ਨੇ। ਸੋ ਕੰਮ ਦੀ ਜਿਹੜੀ ਉਹ ਕੋਈ ਕਮੀ ਨਹੀਂ। ਆਲਰੇਡੀ ਅਸੀਂ ਜਿਹੜਾ ਉਹ ਮੈਨੂੰ ਲੱਗਦਾ ਕਿ ਜਿਹੜਾ ਇੱਕ ਢਾਂਚਾ ਵਾ ਬਿਜ਼ਨਸ ਦਾ ਉਹ ਬੜਾ ਅੱਛਾ ਬਣਾ ਚੁੱਕੇ ਆ। ਹਰ ਇੱਕ ਦੇ ਵਿੱਚ ਸਾਨੂੰ ਬਸ ਕਸਟਮਰ ਵਧਾਉਣ ਦੀ ਜਿਹੜੀ ਆ ਉਹ ਲੋੜ ਆ। ਨਵੀਂ ਚੀਜ਼ ਜਿਹੜੀ ਆ ਉਹ ਮੈਨੂੰ ਆਪਣੇ ਬਿਜ਼ਨਸ 'ਚ ਐਡ ਕਰਨ ਦੀ ਲੋੜ ਨਹੀਂ, ਕਿਉਂਕਿ ਮੇਰੀ ਜਿਹੜੀ ਚਾਲ ਹੈ ਉਹ ਵੈਸੇ ਸਲੋ ਆ। ਮੈਨੂੰ ਕੋਈ ਕਾਹਲੀ ਨਹੀਂ ਆ ਕਿ ਫਟਾਫਟ 100 ਤੋਂ 200 ਹੋ ਜਾਣ, 2 ਤੋਂ 2000 ਹੋ ਜਾਣ। ਮੇਰਾ ਬਿਲਕੁਲ ਵੀ ਇੱਦਾਂ ਮਨ ਨਹੀਂ, ਕਿਉਂਕਿ ਮੈਂ ਇਸ ਕੰਪਨੀ ਨੂੰ ਬਹੁਤ ਹੀ ਜੀ ਜਾਨ ਨਾਲ, ਪਿਆਰ ਨਾਲ, ਹੌਲੀ ਹੌਲੀ ਸਿੰਜਿਆ, ਤੇ ਮੈਂ ਕੁਝ ਵੀ ਜਿਹੜਾ ਵਾ ਉਹ ਖਰਾਬ ਨਹੀਂ ਕਰਨਾ ਚਾਹੁੰਦੀ। ਖੇਤੀ ਸੈਕਟਰ ਬਹੁਤ ਅਹਿਮ ਹੈਗਾ ਆਪਣੀ ਸਟੇਟ ਦੇ ਵਿੱਚ, ਤੇ ਉਹਦੇ ਲਈ ਤੁਸੀਂ ਕੰਮ ਕਰ ਰਹੇ ਕਿ ਇਹ ਨਾਲ ਤੁਹਾਡਾ ਬਿਜ਼ਨਸ ਵੀ ਬਣ ਜਾਵੇ ਤੇ ਸਮਾਜ ਸੇਵਾ ਵੀ ਹੋ ਜਾਵੇ, ਸੂਬੇ ਲਈ ਵੀ ਕੰਮ ਹੋ ਜਾਵੇ, ਖੇਤੀ 'ਚ ਕੋਈ ਡਿਵੈਲਪਮੈਂਟ ਆਵੇ, ਉਹਦੇ ਲਈ ਤੁਹਾਡੀ ਕੰਪਨੀ ਦਾ ਕੋਈ ਪ੍ਰੋਜੈਕਟ ਹੋਵੇ? ਹਾਂ, ਇੱਦਾਂ ਦਾ ਮੈਂ ਚਾਹੁੰਦੀ ਕਿ ਪੰਜਾਬ ਦਾ ਮੇਰੀ ਅਜਿਹੀ ਕੰਪਨੀ ਹੋਵੇ ਕਿ ਜਿੱਥੇ ਐਗਰੀਕਲਚਰ ਪਲੱਸ ਟੈਕਨੋਲੋਜੀ 'ਤੇ ਕੰਮ ਹੋ ਰਿਹਾ ਹੋਵੇ। ਪਰ ਅਜੇ ਤੱਕ ਮੇਰਾ ਕੋਈ ਇੱਦਾਂ ਦਾ ਕੋਈ ਅੱਛੀ ਡਿਸਕਸ਼ਨ, ਹਾਲਾਂਕਿ ਮੈਂ ਕੀਤੀ ਵੀ ਕਾਫੀ ਜਗ੍ਹਾ, ਮੇਰੀ ਇਨੀਸ਼ੀਅਲ ਡਿਸਕਸ਼ਨਸ ਹੋਈਆਂ, ਬਟ ਮੈਂ ਪਹਿਲ ਦੇ ਆਧਾਰ 'ਤੇ ਜਿਹੜਾ ਵਾ ਇਸ ਖੇਤਰ 'ਚ ਕੰਮ ਕਰਾਂਗੀ। ਜਿਸ ਦਿਨ ਸਾਡੀਆਂ ਆਰਗੇਨਾਈਜੇਸ਼ਨਸ ਨੂੰ, ਸਾਡੀਆਂ ਸਰਕਾਰਾਂ ਨੂੰ, ਕਿਸਾਨਾਂ ਨੂੰ ਇਹ ਚੀਜ਼ ਸਮਝ ਆ ਜਾਏਗੀ ਕਿ ਟੈਕਨੋਲੋਜੀ ਨਾਲ ਅਸੀਂ ਬਹੁਤ ਅੱਗੇ ਜਾ ਸਕਦੇ ਹਾਂ, ਆਈ ਥਿੰਕ ਕਿ ਸਾਨੂੰ ਜਿਹੜਾ ਵਾ ਉਹ ਬਹੁਤ ਹੀ ਜ਼ਿਆਦਾ ਜਿਹੜੀ ਹੈਲਪ ਹੋ ਜਾਏਗੀ, ਠੀਕ ਹੈ। ਅੱਜ ਤੁਸੀਂ ਦੱਸੋ ਕਿੰਨੇ ਕੁ ਕਿਸਾਨ ਆ ਕਿ ਜਿਹੜੇ ਆਨਲਾਈਨ ਕੁਝ ਕਰ ਪਾ ਰਹੇ ਨੇ, ਹੈ ਨਾ? ਕਿੰਨੇ ਕੁ ਕਿਸਾਨ ਆ ਕਿ ਜਿਨ੍ਹਾਂ ਦਾ ਖੁਦ ਦਾ ਕੋਈ ਐਡ ਹੋ ਰਹੀ ਆ, ਕੋਈ ਰਿਟੇਲ ਆਊਟਲੈਟ ਆ, ਜਾਂ ਕੋਈ ਆਪਣਾ ਵੈਬਸਾਈਟ ਆ, ਜਾਂ ਉਹ ਰਾਬਤਾ ਕਰ ਪਾ ਰਿਹਾ ਦੂਜੇ ਦੇਸ਼ ਨਾਲ, ਹੈ ਨਾ? ਇੰਨੇ ਲੋਕ ਮਸ਼ਰੂਮਸ ਉਗਾਉਂਦੇ ਨੇ, ਵਧੀਆ ਪੈਕੇਜਿੰਗ ਵੀ ਕਰ ਲੈਂਦੇ ਨੇ। ਮਸ਼ਰੂਮ ਜਿਹੜੀਆਂ 3 ਘੰਟੇ 'ਚ ਦੁਬਈ ਵੀ ਪਹੁੰਚ ਸਕਦੀਆਂ ਨੇ, ਠੀਕ ਹੈ। ਸੋ ਇਹ ਹੈ ਕਿ ਜਦੋਂ ਤੱਕ ਅਸੀਂ ਟੈਕਨੋਲੋਜੀ ਨੂੰ ਨਹੀਂ ਅਪਣਾਵਾਂਗੇ ਤੇ ਅਸੀਂ ਜਿਹੜੇ ਮਾਡਰਨ ਨਹੀਂ ਹੋ ਪਾਵਾਂਗੇ। ਪਰ ਅੱਗੋਂ ਹੁਣ ਬੱਚਿਆਂ ਨੂੰ ਕਿਸਾਨਾਂ ਨੇ ਪੜ੍ਹਾਇਆ, ਐਂਡ ਪਰ ਫਿਰ ਵੀ ਗੈਪ ਜਿਹੜਾ ਉਹ ਬਹੁਤ ਜ਼ਿਆਦਾ। ਪਰ ਗੈਪ ਦੂਰ ਕੌਣ ਕਰੂਗਾ? ਹਾਂ, ਗੈਪ ਬਹੁਤ ਜ਼ਿਆਦਾ। ਗੈਪ ਇਹਦੇ ਵਿੱਚ ਵੀ ਸਰਕਾਰ ਨੂੰ ਪਾਲਿਸੀ ਲੈ ਕੇ ਆਉਣੀ ਚਾਹੀਦੀ ਕਿ ਐਗਰੀਕਲਚਰ ਐਂਡ ਟੈਕਨੋਲੋਜੀ ਦਾ ਕਿੱਦਾਂ ਬਲੈਂਡ ਬਣੇਗਾ। ਮੈਂ ਉਹੀ ਤੁਹਾਨੂੰ ਕਹਿ ਰਹੀ ਕਿ ਜਦੋਂ ਪੰਜਾਬ 'ਚ IT ਹੈ ਹੀ ਨਹੀਂ ਤੇ ਅੱਗੇ ਆਪਾਂ ਕਿੱਦਾਂ ਡਿਵੈਲਪ ਹੋਵਾਂਗੇ, ਠੀਕ ਆ? ਆਪਾਂ ਹਮੇਸ਼ਾ ਕਹਿੰਦੇ ਕਿ ਦੂਸਰੇ ਦੇਸ਼ ਜਿਹੜੇ ਆ ਉਹ 20-20 ਸਾਲ ਸਾਡੇ ਤੋਂ ਅੱਗੇ ਨੇ, ਤੇ ਸੱਚ ਹੀ ਆ। ਹੁਣ ਸਾਰਾ ਹੀ ਅਮਰੀਕਾ ਆਨਲਾਈਨ ਸ਼ਾਪਿੰਗ ਕਰਦਾ, ਠੀਕ ਹੈ ਨਾ? ਤੇ ਸਾਡੇ ਤੇ ਹਜੇ 5% ਲੋਕ ਵੀ ਨਹੀਂ ਆਨਲਾਈਨ ਸ਼ਾਪਿੰਗ ਕਰ ਰਹੇ, ਤੇ ਤੁਸੀਂ ਫਰਕ ਵੇਖ ਲਓ ਜਿਹੜਾ ਵਾ ਕਿੰਨਾ। ਸੋ ਇਹੀ ਹੈ, ਉੱਥੇ ਲੋਕੀ ਐਮਾਜ਼ਨ ਚਲਾ ਕੇ ਥੱਕ ਗਏ ਨੇ, ਤੇ ਸਾਡੇ ਹਜੇ ਐਮਾਜ਼ਨ ਤੇ ਪਹੁੰਚੇ ਵੀ ਨਹੀਂ ਲੋਕ। ਸੋ ਬਹੁਤ ਜ਼ਿਆਦਾ ਜਿਹੜਾ ਉਹ ਡਿਫਰੈਂਸ ਆ। ਸੋ ਸਾਡਾ ਦੇਖ ਲਓ ਕਿ ਚੰਗੇ ਭਲੀ ਕੰਪਨੀ ਚੱਲ ਰਹੀ ਹੈ, ਇੱਥੇ ਇੰਟਰਨੈਟ ਦੀ ਇੰਨਾ ਇਸ਼ੂ ਆ ਜਾਂਦਾ ਕਈ ਵਾਰੀ।
ਇੱਥੇ ਨੈਟਵਰਕ ਦੀ ਇੰਨੀ ਪ੍ਰੋਬਲਮ ਆ ਜਾਂਦੀ। ਪਰ ਜਦੋਂ ਅਸੀਂ ਵਿਕਸਿਤ ਦੇਸ਼ਾਂ ਵਿੱਚ ਜਾਂਦੇ ਆ ਉੱਥੇ ਇਹੋ ਜਿਹੀਆਂ ਪ੍ਰੋਬਲਮਸ ਨਹੀਂ ਆ, ਕਿਉਂਕਿ ਮੈਂ ਵੀ ਕਾਫੀ ਵਾਰ ਟਰੈਵਲ ਕੀਤਾ, ਠੀਕ ਹੈ। ਸੋ ਉੱਥੇ ਜਿੰਨੀ ਸਪੀਡ ਦਾ ਇੰਟਰਨੈਟ ਅਸੀਂ ਆਪਣੇ ਇੱਥੇ ਲਾਇਆ ਕੰਪਨੀ ਦੇ ਵਿੱਚ, ਉਹਨਾਂ ਲੋਕਾਂ ਦੇ ਘਰਾਂ 'ਚ ਲੱਗਾ ਹੋਇਆ, ਠੀਕ ਹੈ। ਸੋ ਐਗਰੀਗੇਟਰ ਤੇ ਚੱਲਦਾ, ਪਰ ਅੱਗੋਂ ਬੱਚਿਆਂ ਨੂੰ ਵੀ ਸਮਝਣ ਦੀ ਲੋੜ ਆ। ਹੁਣ ਅਸੀਂ ਇੰਟਰਨੈਟ ਤੇਜ਼ ਹੋ ਜਾਏਗਾ ਤੇ ਅਸੀਂ ਐਂਟਰਟੇਨਮੈਂਟ ਨੂੰ ਵਧਾ ਲਾਂਗੇ ਤੇ ਉਹ ਵੀ ਕੀ ਕਰਾਂਗੇ। ਪਰ ਇਹੋ ਹੀ ਪੱਖ ਆ ਨਾ, ਕਿਉਂਕਿ ਸਾਡੇ ਦੇਸ਼ ਵਿੱਚ ਜੇ ਮੋਬਾਈਲਾਂ ਦੀ ਗੱਲ ਕਰਦੇ ਆ ਤਾਂ ਸ਼ਾਇਦ ਦੁਨੀਆ ਦਾ ਇਦਾਂ ਦਾ ਮੁਲਕ ਹੈ ਜਿਸ 'ਚ ਸਭ ਤੋਂ ਜ਼ਿਆਦਾ ਵਿਅਕਤੀ ਜਿਹੜੇ ਮੋਬਾਈਲ ਹੈਗੇ ਆ, ਪਰ ਉਹਦੀ ਜਿਹੜੀ ਵਰਤੋਂ ਆ ਉਸ ਫਾਇਦੇ ਲਈ ਨਹੀਂ ਹੋ ਰਹੀ। ਹਾਂਜੀ, ਇਹਦਾ ਜਵਾਬ ਇਹ ਵੀ ਹੈਗਾ ਕਿ ਮੈਂ ਕੋਈ ਸਰਕਾਰ ਦਾ ਕੋਈ ਪੱਖ ਨਹੀਂ ਲੈ ਰਹੀ, ਬਟ ਦੇਖੋ ਕਿ ਜਿਵੇਂ ਹੁਣ ਰੀਸੈਂਟ ਜਿਹੜਾ ਗਵਰਨਮੈਂਟ ਹੈ, ਭਾਵੇਂ ਉਹ ਬੋਲਾਂ ਦੇ ਵਿੱਚ ਹੀ ਹੋਵੇ ਤੇ ਭਾਵੇਂ ਸੱਚੀ ਮੁੱਚੀ, ਠੀਕ ਹੈ, ਐਜੂਕੇਸ਼ਨ ਤੇ ਸਭ ਤੋਂ ਪਹਿਲੀ ਜਿਹੜੀ ਤਰਜੀਹ ਦੇ ਰਹੀ। ਪੰਜਾਬ 'ਚ ਤੇ ਮੈਨੂੰ ਨਹੀਂ ਕੋਈ ਕਲੈਰਿਟੀ, ਪਰ ਜਦੋਂ ਆਪਾਂ ਦਿੱਲੀ ਦੀ ਗੱਲ ਕਰੀਏ ਕਿ ਇੱਥੇ ਐਜੂਕੇਸ਼ਨ ਨੂੰ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੱਤੀ ਗਈ ਆ। ਐਂਡ ਮੈਂ ਪਿੱਛੇ ਜੇ ਸੁਣ ਰਹੀ ਸੀ ਕਿ ਜਿਹੜਾ ਕਰੰਟ ਸਰਕਾਰ ਆ ਉਹਨਾਂ ਨੇ ਇਹ ਕਿਹਾ ਕਿ ਫਸਟ ਜਿਹੜਾ ਪੁਆਇੰਟ ਆ ਉਹ ਇਹੀ ਆ ਕਿ ਫ੍ਰੀ ਐਜੂਕੇਸ਼ਨ ਤੇ ਬਹੁਤ ਵਧੀਆ ਐਜੂਕੇਸ਼ਨ ਇੰਡੀਆ 'ਚ ਹੋਣੀ ਚਾਹੀਦੀ। ਇਹ ਉਹਨਾਂ ਦੇ 5 ਪੁਆਇੰਟ 'ਚੋਂ ਪਹਿਲਾ ਇੱਕ ਪੁਆਇੰਟ ਆ। ਤੇ ਮੇਰਾ ਵੀ ਮੰਨਣਾ ਜਿਹੜਾ ਇਹੀ ਆ, ਜੇ ਤੁਸੀਂ ਕਹੋ ਕਿ ਆਪਾਂ ਹੈਲਥ ਨੂੰ ਪਹਿਲਾਂ ਇੰਪਰੂਵ ਕਰਨਾ, ਉਹ ਵੀ ਗੱਲ ਨਹੀਂ ਬਣਨੀ। ਪਹਿਲਾਂ ਪੜ੍ਹਾਈ ਹੀ ਇੰਪਰੂਵ ਕਰਨੀ ਪੈਣੀ, ਪਹਿਲਾਂ ਸਾਨੂੰ ਸਮਝ ਚਾਹੀਦੀ। ਤੇ ਪੜ੍ਹਾਈ ਸਿਰਫ ਕਿਤਾਬੀ ਪੜ੍ਹਾਈ ਨਹੀਂ, ਪੜ੍ਹਾਈ ਜਿਹੜੀ ਆ ਉਹ ਮੋਰਲ ਵੈਲਿਊਜ਼ ਵੀ ਵਿੱਚ ਆਉਣਗੀਆਂ, ਬੱਚਿਆਂ ਦੇ ਐਟੀਕੇਟ, ਆਦਤਾਂ, ਸੰਸਕਾਰ, ਉਹ ਸਾਰਾ ਕੁਛ ਹੀ ਢਾਂਚਾ ਜਿਹੜਾ ਉਹ ਖਰਾਬ ਜਿਹੜਾ ਹੋਇਆ। ਬਾਕੀ ਲਾਅ ਐਂਡ ਆਰਡਰ ਇਨਫੋਰਸ ਕਰਨਾ ਬਹੁਤ ਜ਼ਰੂਰੀ ਆ, ਠੀਕ ਹੈ। ਜਦੋਂ ਤੱਕ ਅਸੀਂ ਖੁਦ ਸੇਫ ਨਹੀਂ ਆ ਤੇ ਲੋਕਾਂ ਨੇ ਜੋ ਸਮਝੋ ਮੇਰੇ ਜਾਂਦੇ ਕੋਈ ਮੈਨੂੰ ਦਿੱਕਤ ਹੋ ਗਈ ਆ, ਜਾਂ ਕਿੰਨੇ ਆਪਾਂ ਇੰਸੀਡੈਂਟ ਦੇਖਦੇ ਆ, ਲੋਕੀ ਨਹੀਂ ਕੱਢਣਗੇ ਆਪਣੀਆਂ ਕੁੜੀਆਂ ਨੂੰ ਬਾਹਰ, ਨਹੀਂ ਪੜ੍ਹਨ ਦੇਣਗੇ, ਭੇਜ ਦੇਣਗੇ ਕੈਨੇਡਾ, ਠੀਕ ਹੈ। ਸੋ ਸਾਰਾ ਕੁਛ ਹੀ ਜਿਹੜਾ ਵਾ ਉਹ ਇੰਟਰ ਰਿਲੇਟਿਡ ਆ। ਸੋ ਮੈਨੂੰ ਲੱਗਦਾ ਕਿ ਹਰ ਪੱਖ ਜਿਹੜਾ ਇੰਪਰੂਵ ਕਰਨ ਦੀ ਲੋੜ ਆ। ਤੁਹਾਡਾ ਜਿਹੜਾ ਸਮਾਜ ਸੇਵਾ ਵਾਲਾ ਪੱਖ ਸੀਗਾ ਉਹ ਹੁਣ ਕਿੱਦਾਂ ਚੱਲਦਾ? ਸਮਾਜ ਸੇਵਾ ਦੇ ਵਿੱਚ ਅਸੀਂ ਕੰਪਨੀ ਨੂੰ ਤੇ ਮੈਂ ਤੁਹਾਨੂੰ ਜਿੱਦਾਂ ਦੱਸਿਆ ਕਿ ਆਲਮੋਸਟ 10 ਇਅਰਸ ਹੋ ਗਏ। ਉਹਦੇ ਵਿੱਚ ਮੈਂ 2.5 ਤੋਂ 3 ਸਾਲ ਜਿਹੜਾ ਵਾ ਇੱਕ NGO ਰਨ ਕੀਤਾ। ਉਹਦੇ ਵਿੱਚ ਮੈਂ ਇੱਕ ਟਾਰਗੇਟ ਲਿਆ ਸੀ 50,000 ਸ਼ੂਜ਼ ਦੇਣ ਦਾ। ਸੋ NGO ਮੈਂ ਆਲਮੋਸਟ 3 ਸਾਲ ਪਹਿਲਾਂ ਪਰਮਾਨੈਂਟਲੀ ਕਲੋਜ਼ ਕਰਤਾ ਸੀ ਔਨ ਪੇਪਰ, ਤੇ ਫਿਰ ਮੇਰਾ ਜਿੰਨਾ ਮਿਸ਼ਨ ਸੀ ਜਿਹੜਾ ਕਿ ਸ਼ੂਜ਼ ਦੇਣ ਦਾ, ਉਹ ਮੈਂ ਫਿਰ ਆਪਣੀ ਕੰਪਨੀ ਦੇ ਅੰਡਰ ਜਿਹੜਾ ਮੈਂ ਆਪਣਾ ਮਿਸ਼ਨ ਲਿਆਂਦਾ। ਹੁਣ ਲਾਸਟ ਆਲਮੋਸਟ 3 ਸਾਲਾਂ ਤੋਂ ਜਿੰਨੇ ਵੀ ਸਾਡੇ ਕੈਂਪੇਨ ਆ ਉਹ ਸੈਲਫ ਫੰਡਡ ਕੈਂਪੇਨ ਹੈਗੇ ਆ, ਜਾਂ ਫਿਰ ਕਿਸੇ ਨਾ ਕਿਸੇ ਬ੍ਰਾਂਡ ਨਾਲ ਮਿਲ ਕੇ ਅਸੀਂ ਇਕੱਠੇ ਕੈਂਪੇਨ ਕਰ ਲੈਂਦੇ। ਜਿਵੇਂ ਪਿੱਛੇ ਜੇ ਹਾਇਤ ਦੇ ਨਾਲ, ਹਾਇਤ ਹੋਟਲਸ ਜਿਹੜੇ ਹੈਗੇ ਉਹਨਾਂ ਦੇ ਨਾਲ ਅਸੀਂ ਕੈਂਪੇਨ ਕੀਤਾ ਸੀ। 50 ਸ਼ੂਜ਼ ਉਹਨਾਂ ਨੇ ਦਿੱਤੇ, 50 ਅਸੀਂ ਦਿੱਤੇ, ਤੇ ਅਸੀਂ ਇਕੱਠੇ ਮਿਲ ਕੇ ਜਿਹੜਾ ਕਰ ਲਿਆ। ਸੋ ਮੈਂ ਆਪਣੀ ਜਿਹੜੀ ਇਮੇਜ ਆ ਉਹ NGO ਵਾਲੀ ਇਮੇਜ ਨਹੀਂ ਚਾਹੁੰਦੀ, ਸੋਸ਼ਲ ਇਮੇਜ ਜਿਹੜੀ ਨਹੀਂ ਚਾਹੁੰਦੀ। ਮੈਂ ਆਪਣੀ ਇਮੇਜ ਜਿਹੜੀ ਆ ਉਹ ਕਿਰਤ ਵਾਲੀ ਇਮੇਜ ਚਾਹੁੰਦੀ, ਮਿਹਨਤ ਵਾਲੀ ਚਾਹੁੰਦੀ, ਕਿ ਸਾਨੂੰ ਸਾਡੇ ਪੇਰੈਂਟਸ ਨੇ ਪੜ੍ਹਾਇਆ, ਅਸੀਂ ਟੌਪ ਕੀਤਾ ਆਪਣੀ ਯੂਨੀਵਰਸਿਟੀ 'ਚ, ਅਸੀਂ ਰੋਜ਼ ਇੱਥੋਂ ਬੱਸਾਂ 'ਚ ਟਰੈਵਲ ਕਰਕੇ ਜਿਹੜਾ ਉਹ ਪੜ੍ਹੇ ਆ, ਠੀਕ ਹੈ। ਅਸੀਂ ਇੰਨੀ ਮਿਹਨਤ ਕੀਤੀ, ਬਿਜ਼ਨਸ 'ਚ ਇੰਨੀ ਮਿਹਨਤ ਕਰ ਰਹੇ ਹਾਂ, ਸਾਰੇ ਇੰਨੀ ਮਿਹਨਤ ਕਰ ਰਹੇ ਆ। ਸੋ ਮੈਂ ਆਪਣੇ ਆਪ ਤੋਂ ਸਿੱਖਿਆ ਕਿ ਮੇਰੀ ਜਿਹੜੀ ਇਮੇਜ ਆ ਉਹ ਇੱਕ ਸੋਸ਼ਲ ਜਾਂ ਫਿਰ ਇੱਕ NGO ਇਮੇਜ ਜਿਹੜੀ ਆ ਉਹ ਮੈਂ ਨਹੀਂ ਬਣਾਉਣਾ ਚਾਹੁੰਦੀ। ਮੈਨੂੰ ਲੋਕ ਜਿਹੜੇ ਆ ਉਹ ਬਿਜ਼ਨਸ ਪੱਖ ਦੇ ਨਾਲ ਜਿਹੜਾ ਉਹ ਦੇਖਣ, ਤਾਂ ਕਿ ਹੋਰ ਕੁੜੀਆਂ ਨੂੰ ਹੌਸਲਾ ਮਿਲੇ ਕਿ ਅਸੀਂ ਆਪਣੇ ਪੈਰਾਂ 'ਤੇ ਖੜੇ ਹੋ ਸਕਦੀਆਂ, ਤੇ ਸਿਰਫ ਆਪਣੇ ਹੀ ਨਹੀਂ, ਅਸੀਂ 100 ਹੋਰ ਲੋਕਾਂ ਨੂੰ ਜਿਹੜੀ ਆ ਉਹ ਸੈਲਰੀ ਦੇ ਸਕਦੇ ਆ। ਇੱਕ ਪੰਜਾਬ ਦੇ ਵਿੱਚ ਨੌਕਰੀ ਪੈਦਾ ਕਰਨਾ ਵੀ ਇੱਕ ਜਿਹੜਾ ਵਾ ਉਹ ਸੇਵਾ ਵਾਲਾ ਹੀ ਕੰਮ ਆ। ਸੋ ਜਿੰਨੇ ਲੋਕਾਂ ਨੂੰ ਤੁਸੀਂ ਜੌਬ ਦੇ ਦਿਓ, ਤੇ ਖਾਸ ਕਰਕੇ ਜੇ ਤੁਸੀਂ ਪਿੰਡ ਚੁਣ ਲਓ, ਤੇ ਮੈਂ ਕਹਿੰਦੀ ਉਹ ਵੀ ਸੇਵਾ ਵਾਲਾ ਹੀ ਕੰਮ ਆ। ਹੁਣ ਜਦੋਂ ਤੁਸੀਂ ਕੰਪਨੀ 'ਚ EMPLOYE ਚੁਣਦੇ ਆ ਤੇ ਉਹ 'ਚ ਵੀ ਕੋਈ ਤਰਜੀਹ ਰੱਖਦੇ ਆ ਕਿ ਜਿਹੜੀਆਂ ਲੜਕੀਆਂ ਉਹਨੂੰ ਤਰਜੀਹ ਦੇਣੀ ਆ? ਹਾਂਜੀ, ਮੈਂ ਹੁਣ ਇਸੇ ਹਫਤੇ ਜਿਹੜੀ ਆ ਨਵੀਂ ਪਾਲਿਸੀ ਕੰਪਨੀ 'ਚ ਲੈ ਕੇ ਆਈ ਹਾਂ, ਜਿਹਦੇ ਵਿੱਚ ਅਸੀਂ 50% ਜਿਹੜੀ ਆ ਵੂਮਨ ਚਾਹੁੰਦੇ ਹੁਣ। ਸੋ 50% ਕੁੜੀਆਂ ਹੋਣਗੀਆਂ ਕੰਪਨੀ 'ਚ ਤੇ 50% ਮੁੰਡੇ ਹੋਣਗੇ। ਸੋ ਆਈ ਥਿੰਕ ਇਸ ਸਾਲ ਦੇ ਵਿੱਚ ਅਸੀਂ ਇਹ ਰੇਸ਼ੀਓ ਜਿਹੜੀ ਆ ਉਹ ਕੰਪਲੀਟ ਕਰ ਦਾਂਗੇ। ਆਲਮੋਸਟ ਅਸੀਂ 30-35% 'ਤੇ ਚੱਲ ਰਹੇ ਸੀ। ਤੇ ਅਦਰਵਾਈਜ਼ ਪੰਜਾਬ ਦੇ ਬੱਚਿਆਂ ਨੂੰ ਜ਼ਿਆਦਾ ਪ੍ਰੈਫਰੈਂਸ ਆ, ਕਿਉਂਕਿ ਪੰਜਾਬ ਲਈ ਤੇ ਮੈਂ ਟਾਂਗਰੇ ਕੰਪਨੀ ਖੋਲ੍ਹੀ ਆ। ਫਿਰ ਟਾਂਗਰੇ ਦੇ ਜਿਹੜੇ ਆਲੇ ਦੁਆਲੇ ਸਮਝੋ 15 ਕਿਲੋਮੀਟਰ ਦਾ ਏਰੀਆ, 20 ਕਿਲੋਮੀਟਰ ਦਾ ਏਰੀਆ, ਇਹਨੂੰ ਵੀ ਜ਼ਿਆਦਾ ਪ੍ਰੈਫਰੈਂਸ ਆ। ਜੇ ਮੇਰੇ ਕੋਲ ਇੱਕ ਬੱਚਾ ਲੋਕਲ ਹੋਏਗਾ ਬਿਲਕੁਲ 15 ਕਿਲੋਮੀਟਰ ਤੋਂ ਆਉਣ ਵਾਲਾ, ਤੇ ਇੱਕ ਮੇਰੇ ਕੋਲ 60 ਵਾਲਾ ਹੋਏਗਾ, ਤੇ ਮੈਂ 15 ਨੂੰ ਤਰਜੀਹ ਦੇਵਾਂਗੀ, ਭਾਵੇਂ ਉਹ 'ਚ 1-2% ਦੀ ਕਮੀ ਹੋਵੇ। ਕਿਉਂਕਿ ਇਹ ਕੰਪਨੀ ਜਿਹੜੀ ਆ ਉਹ ਇੱਥੇ ਬਦਲਾਵ ਲੈ ਕੇ ਆਉਣਾ ਚਾਹੁੰਦੀ। ਮੈਂ ਚਾਹੁੰਦੀ ਕਿ ਇੱਥੋਂ ਬੱਚੇ ਕਮਾ ਕੇ
ਇੱਥੇ ਹੀ 10 ਕਿਲੋਮੀਟਰ ਦੇ ਘੇਰੇ ਤੱਕ ਪੈਸੇ ਲੈ ਕੇ ਜਾਣ ਤੇ ਉੱਥੇ ਹੀ ਉਹਨੂੰ ਖਰਚ ਕਰਨ। ਤੁਹਾਡੇ ਟਾਂਗਰੇ ਦੇ ਕਿੰਨੇ ਬੱਚੇ ਹੁਣ ਕੰਪਨੀ ਚ ਪਿੰਡ ਦੇ? ਟਾਂਗਰੇ ਦੇ ਹੋਣਗੇ 14-15 ਹੋਣਗੇ। ਲੜਕੀਆਂ ਕਿ ਲੜਕੇ? ਦੋਨੋਂ ਹੀ, ਲੜਕੇ ਲੜਕੀਆਂ ਦੋਨੋਂ ਹੀ। ਹਾਂਜੀ, ਜਿਹੜਾ ਮੇਨ ਸਾਡੇ ਪਿੰਡ ਦੇ ਹੋਣਗੇ ਉਹ ਅਰਾਊਂਡ 15 ਲੋਕ ਹੋਣਗੇ। ਬਾਕੀ 50% ਸਟਾਫ ਜਿਹੜਾ ਵਾ ਉਹ ਸਾਰਾ ਲੋਕਲ ਹੀ ਹੋਏਗਾ 15 ਕਿਲੋਮੀਟਰ ਦੇ ਘੇਰੇ ਦੇ ਵਿੱਚ। ਐਨਜੀਓ ਕਿਤੇ ਤਾਂ ਨਹੀਂ ਛੱਡੀ? ਕਿਉਂਕਿ ਕਈ ਵਾਰ ਲੋਕ ਉਂਗਲ ਵੀ ਬਹੁਤ ਚੱਕਦੇ ਐਨਜੀਓ ਤੇ ਕਿ ਬਾਹਰੋਂ ਪੈਸੇ ਮੰਗਾਈ ਜਾਂਦੇ, ਖਾਈ ਜਾਂਦੇ ਪੈਸੇ। ਮਤਲਬ ਬਹੁਤ ਲੋਕ ਮੈਨੂੰ ਤੇ ਬਹੁਤ ਹੀ ਦੁਖੀ ਕੀਤਾ। ਬਟ ਮੇਰੀ ਜਿਹੜੀ ਐਨਜੀਓ ਸੀ ਉਹ ਉਹਨਾਂ ਐਨਜੀਓ ਦੇ ਵਿੱਚੋਂ ਸੀ ਜਿਹਦੇ ਵਿੱਚ ਮੈਂ ਖੁਦ ਸਭ ਤੋਂ ਵੱਡੀ ਡੋਨਰ ਸੀ। ਤੇ ਇਹ ਗੱਲ ਮੈਂ ਤੇ 10 ਲੱਖ ਦਾ ਇਨਾਮ ਰੱਖਿਆ, ਅੱਜ ਵੀ ਰੱਖਿਆ ਜੀ, ਕਿ ਜੇ ਕਿਸੇ ਨੂੰ ਲੱਗੇ ਕਿ ਮੈਂ ਕੁਛ ਉਹਦੇ ਵਿੱਚੋਂ ਲਿਆ ਹੋਏਗਾ, ਜਿਹੜਾ ਵੀ ਮੇਰੇ ਅਕਾਊਂਟ ਚੈੱਕ ਕਰੇਗਾ ਉਹ ਇਹੀ ਦੇਖੇਗਾ ਕਿ ਮਨਦੀਪ ਨੇ ਖੁਦ ਸਭ ਤੋਂ ਵੱਧ ਜਿਹੜਾ ਵਾ ਉਹ ਐਨਜੀਓ ਵਿੱਚ ਡੋਨੇਟ ਕੀਤਾ। 72 ਕੈਂਪੇਨ ਮੈਂ ਖੁਦ ਕੀਤੇ ਆਪਣੇ ਐਨਜੀਓ ਦੇ ਵਿੱਚ। ਸੋ ਮੈਂ ਐਨਜੀਓ ਜਿਹੜੀ ਆ ਉਹ ਕਿਸੇ ਵੀ ਬਾਕੀ ਐਨਜੀਓ ਵਾਂਗੂ ਨਹੀਂ ਖੋਲੀ, ਕਿਉਂਕਿ ਮੇਰਾ ਇੱਕ ਖੁਦ ਦਾ ਜਿਹੜਾ ਵਾ ਉਹ ਕਾਰੋਬਾਰ ਆ। ਮੈਂ ਉਹਦੇ ਵਿੱਚ ਵੀ ਬਹੁਤ ਹੀ ਇਮਾਨਦਾਰੀ ਨਾਲ ਕੰਮ ਕੀਤਾ। ਉਹਨਾਂ ਮੇਰੀ ਐਨਜੀਓ 'ਚ ਫੰਡ ਨਹੀਂ ਆਇਆ ਹੋਣਾ ਜਿੰਨੀ ਦੇਰ ਵੀ ਮੈਂ ਚਲਾਈ ਆ, ਜਿੰਨਾ ਕਿ ਮੈਂ ਇੱਕ ਸਾਲ 'ਚ ਟੈਕਸ ਪੇ ਕਰ ਦਿੰਦੀ ਹਾਂ, ਸਿਰਫ ਟੈਕਸ ਪੇ ਕਰ ਦਿੰਦੀ ਹਾਂ। ਸੋ ਜਿਹੜਾ ਕੋਈ ਇੰਟੈਲੀਜੈਂਟ ਹੋਏਗਾ, ਪੜ੍ਹਿਆ ਲਿਖਿਆ, ਉਹਨੂੰ ਵੇਖ ਕੇ ਪਤਾ ਲੱਗ ਜਾਏਗਾ ਕਿ ਇਹਦਾ ਕੋਈ ਨਾ ਆਪਸ 'ਚ ਕੰਪੈਰੀਜ਼ਨ ਹੀ ਨਹੀਂ ਹੈਗਾ ਚੀਜ਼ਾਂ ਦਾ। ਇਹ ਲੋਕ ਉਂਗਲ ਕਿਉਂ ਚੁੱਕ ਦਿੰਦੇ ਆ? ਕਿਉਂਕਿ ਉਹਨਾਂ ਨੂੰ ਦੂਸਰੇ ਲੋਕ ਚੁੱਕ ਦਿੰਦੇ ਆ, ਮੈਨੂੰ ਏਦਾਂ ਲੱਗਦਾ ਹੈ। ਸੋ ਇਸ ਕਰਕੇ ਲੋਕ ਉਂਗਲ ਚੁੱਕ ਦਿੰਦੇ ਨੇ ਤੇ ਗਲਤ ਆ, ਠੀਕ ਹੈ ਨਾ। ਉੱਦਾਂ ਮੈਂ ਜੋ ਮਹਿਸੂਸ ਕਰਦੀ ਹਾਂ ਕਿ ਗਲਤ ਆ, ਪਰ ਇਹ ਕਿ ਠੀਕ ਆ, ਉਹਨਾਂ ਕਰਕੇ ਅਸੀਂ ਸਟਰੋਂਗ ਵੀ ਹੋ ਜਾਂਦੇ ਹਾਂ। ਬਟ ਉੱਦਾਂ ਤੇ ਹੀ ਟਾਈਮ ਵੇਸਟ ਹੀ ਕਰ ਰਹੇ, ਖੁਦ ਦਾ ਵੀ ਕਰ ਰਹੇ ਹਾਂ ਤੇ ਦੂਸਰਿਆਂ ਦਾ ਵੀ ਕਰ ਰਹੇ। ਸੋ ਕਿਸੇ ਦੇ ਹੌਸਲਾ ਤੁਸੀਂ ਮਤਲਬ ਨਾਸਤਕ ਲੋਕ ਇਹ ਚੀਜ਼ਾਂ ਕਰ ਸਕਦੇ, ਮੈਂ ਇਹ ਕਹਾਂਗੀ। ਜੇ ਤੁਸੀਂ ਮੰਨਦੇ ਹੋ ਕਿ ਰੱਬ ਨਹੀਂ ਹੈਗਾ ਤੇ ਮੈਂ ਇਹਨੂੰ ਤੰਗ ਕਰਤਾ ਤੇ ਚਲੋ ਵਧੀਆ ਕੀਤਾ ਤੇ ਇੰਜੋਏ ਕਰ ਲਾਂ, ਠੀਕ ਹੈ। ਇੱਦਾਂ ਨਹੀਂ, ਜੇ ਤੁਸੀਂ ਆਸਤਕ ਹੋ, ਤੁਹਾਨੂੰ ਪਤਾ ਰੱਬ ਹੈਗਾ, ਤੁਹਾਡਾ ਦਿਲ ਨਹੀਂ ਕਰੇਗਾ ਕਿ ਨਜਾਇਜ਼ ਤੁਸੀਂ ਕਿਸੇ ਨੂੰ ਤੰਗ ਕਰੋ, ਕਿਉਂਕਿ ਤੁਹਾਨੂੰ ਪਤਾ ਕਿ ਇਹ ਵਾਪਸ ਮੇਰੇ ਤੇ ਆਉਣਾ ਹੀ ਆਉਣੀ ਚੀਜ਼। ਮੈਂ ਆਪਣੀ ਸਾਰੀ ਜ਼ਿੰਦਗੀ ਇੱਦਾਂ ਹੀ ਜੀ ਆ ਅੱਜ ਤੱਕ ਕਿ ਮੈਨੂੰ ਕੁਛ ਵੀ ਮੈਂ ਜੇ ਗਲਤ ਕਰਾਂਗੀ ਤੇ ਮੈਨੂੰ ਪਤਾ ਵਾ ਕਿ ਇਹਦਾ ਮੈਨੂੰ ਹਰਜਾਨਾ ਜਿਹੜਾ ਵਾ ਉਹ ਭੁਗਤਣਾ ਪੈਣਾ। ਸੋ ਨਾਸਤਕ ਲੋਕਾਂ ਲਈ ਇਹ ਆਮ ਗੱਲ ਹੈ, ਖਾਸ ਕਰਕੇ ਜਦੋਂ ਲੋਕੀ ਘਰਾਂ ਤੋਂ ਦੂਰ ਰਹਿੰਦੇ ਨੇ, ਠੀਕ ਆ, ਨਸ਼ਿਆਂ 'ਚ ਚਲ ਜਾਂਦੇ ਨੇ ਤੇ ਉਹਨਾਂ ਨੂੰ ਫਿਰ ਮੇ ਵੀ ਰੱਬ ਨਹੀਂ ਦਿਸਦਾ। ਕਿਉਂਕਿ ਕੁਦਰਤ ਦਾ ਵੀ ਨਿਯਮ ਹੈ ਕਿ ਜੇ ਕਿਸੇ ਲਈ ਟੋਆ ਪੱਟੂਗੇ ਤਾਂ ਆਪਣੇ ਲਈ ਪਹਿਲਾਂ ਪੱਟੇਗਾ। ਹਾਂ, ਸੋ ਕਹਿੰਦੇ ਨਾ ਕਿ ਸੰਗਮਰਮਰ ਤੇ ਜਿੰਨਾ ਮਰਜ਼ੀ ਚਿੱਕੜ ਸੁੱਟ ਲਓ, ਉਹ ਸੁੱਕ ਕੇ ਜਿਹੜਾ ਝੜ ਜਾਣਾ ਵਾ ਤੇ ਸੰਗਮਰਮਰ ਨੇ ਸੰਗਮਰਮਰ ਹੀ ਰਹਿਣਾ। ਸੋ ਇਹ ਚਿੱਕੜ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਤੇ ਇੱਕ ਮੇਰਾ ਲਾਸਟ ਕੁਐਸਚਨ ਹੈ ਕਿ ਜਿਸ ਤਰ੍ਹਾਂ ਕਿ ਜਿਹੜੇ ਝੁੱਗੀ ਝੌਂਪੜੀ ਵਾਲੇ ਬੱਚੇ ਹੈਗੇ ਉਹਨਾਂ ਨੂੰ ਤੁਸੀਂ ਐਜੂਕੇਟ ਵੀ ਕਰਦੇ ਹੋ, ਇੱਕ ਬੱਸ ਚਲਾਉਂਦੇ ਹੋ, ਜਿਹੜੇ ਜਾ ਕੇ ਕੰਪਿਊਟਰ ਵਗੈਰਾ ਸਿਖਾਉਂਦੇ ਹੋ, ਉਹ ਕਿੰਨੇ ਕੁ ਘੇੜੇ 'ਚ ਹੈਗਾ ਚੱਲਦਾ ਕੰਮ? ਅਸੀਂ ਬਿਆਸ ਦੀਆਂ ਝੁੱਗੀਆਂ ਹੈਗੀਆਂ ਇੱਥੇ, ਉਹ ਪਰਮਾਨੈਂਟਲੀ ਅਡਾਪਟ ਕੀਤੀਆਂ ਹੋਈਆਂ ਵਾ। ਸੋ ਉਹਦੇ ਵਿੱਚ ਹੀ ਅਸੀਂ ਫੂਡ ਕੈਂਪੇਨ ਕਰਦੇ ਹਾਂ, ਕਲੋਥਸ ਡਿਸਟਰੀਬਿਊਟ ਕਰਨੇ ਆ, ਕਿਸੇ ਦਾ ਬਰਥਡੇ ਮਨਾਉਣਾ ਹੈ, ਉਹਨਾਂ ਬੱਚਿਆਂ ਨੂੰ ਅਸੀਂ ਪੜ੍ਹਾਉਂਦੇ ਹਾਂ। ਕਿਉਂਕਿ ਵੱਖ-ਵੱਖ ਜਗ੍ਹਾ ਜਾਣ ਨਾਲੋਂ ਕਿਸੇ ਦਾ ਵੀ ਪ੍ਰੋਪਰ ਫਾਇਦਾ ਨਾ ਹੋਵੇ, ਉਹ ਤੋਂ ਚੰਗਾ ਕਿ ਇੱਕੋ ਜਗ੍ਹਾ ਨੂੰ, ਕਈ ਵਾਰੀ ਉੱਥੇ ਮੀਂਹ ਪੈ ਜਾਂਦਾ ਵਾ, ਮਿੱਟੀ ਪਵਾ ਦਿੰਦੇ ਆ, ਠੀਕ ਹੈ। ਸੋ 2-3 ਜਿਹੜੇ ਆ ਮੈਂ ਝੁੱਗੀਆਂ ਚੂਜ਼ ਕੀਤੀਆਂ ਹੋਈਆਂ, ਉੱਥੇ ਹੀ ਅਸੀਂ ਜਾਂਦੇ। ਤੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਉੱਥੋਂ ਵੀ ਇੰਜੀਨੀਅਰ ਪੈਦਾ ਕਰਾਂਗੇ ਅਸੀਂ। ਉੱਥੇ ਵੀ ਇਹੋ ਜਿਹੇ ਬੱਚੇ ਹੋਣਗੇ ਕਿ ਜਿਹੜੇ ਝੁੱਗੀ 'ਚੋਂ ਹੀ ਆਉਣਗੇ ਤੇ ਮੁੜ ਕੇ ਇੱਥੇ ਆ ਕੇ ਕੋਡਿੰਗ ਕਰਨਗੇ, ਗ੍ਰਾਫਿਕ ਡਿਜ਼ਾਈਨਿੰਗ ਕਰਨਗੇ ਤੇ ਆਪਣੇ ਘਰ 20-25 ਹਜ਼ਾਰ ਜਿਹੜਾ ਲੈ ਕੇ ਜਾਣਗੇ, ਜਿਹੜਾ ਉਹਨਾਂ ਨੇ ਕਦੀ ਸੋਚਿਆ ਨਹੀਂ ਹੋਣਾ ਕਿ ਸਾਡਾ ਬੱਚਾ 25,000 ਘਰ ਲੈ ਕੇ ਆ ਸਕਦਾ। ਸੋ ਇੰਨੀ ਕਾਬਲੀਅਤ ਹੈ ਸਾਡੇ ਦੇਸ਼ ਦੇ ਵਿੱਚ, ਇੰਨੀ ਜ਼ਿਆਦਾ ਅੱਛੇ ਬੱਚੇ, ਇੰਨੀ ਰਿਸਪੈਕਟ ਕਰਦੇ ਕਿ ਤੁਸੀਂ ਪਾਣੀ ਮੰਗ ਲਓ ਤੇ 10 ਜਣੇ ਭੱਜੇ ਜਾਂਦੇ ਆ, ਠੀਕ ਹੈ। ਸੋ ਉਹੀ ਹੈ ਕਿ ਸਾਨੂੰ ਉਸੇ ਜਗ੍ਹਾ ਤੇ ਬੈਠ ਕੇ ਮਿਹਨਤ ਕਰਨ ਦੀ ਲੋੜ ਹੈ। ਜਿਸ ਦਿਨ ਮੇਰੇ ਵਰਗੇ, ਮੇਰੇ ਤੋਂ ਬਿਹਤਰੀਨ ਲੋਕਾਂ ਨੇ ਇਹ ਚੁਣ ਲਿਆ ਕਿ ਮੈਂ ਆਪਣੇ ਹੀ ਪਿੰਡ 'ਚ ਬੈਠ ਕੇ ਜਾਂ ਕਿਸੇ ਝੁੱਗੀਆਂ ਵਾਲਿਆਂ ਦੇ ਲਾਗੇ ਬੈਠ ਕੇ, ਉਸੇ ਏਰੀਆ 'ਚ ਬੈਠ ਕੇ ਹੌਲੀ ਹੌਲੀ ਬਦਲਾਵ ਲਿਆਉਣ ਦੀ ਮੈਂ ਕੋਸ਼ਿਸ਼ ਕਰਨੀ ਆ ਤੇ 10 ਸਾਲ 'ਚ ਉਹਨੂੰ ਬਦਲਾਵ ਜਿਹੜਾ ਨਜ਼ਰ ਆਉਣ ਲੱਗ ਜਾਏਗਾ। ਕਿਉਂਕਿ ਮੈਨੂੰ ਜਿਹੜਾ ਵਾ ਉਹ ਬਦਲਾਵ ਨਜ਼ਰ ਆ ਰਿਹਾ, ਸਭ ਨੂੰ ਆਇਆ, ਮੇਰੇ ਇਲਾਕੇ ਦਾ ਬਦਲਾਵ ਸਭ ਨੂੰ ਨਜ਼ਰ ਆ ਰਿਹਾ। ਇਹ ਜੈਦਿਆ ਮਨਦੀਪ ਦੀ ਕਿ ਝੁੱਗੀਆਂ ਵਾਲਿਆਂ ਨੂੰ ਇੰਜੀਨੀਅਰ ਬਣਾਉਣਾ ਹੀ ਹੈ। ਹਾਂ ਬਿਲਕੁਲ, ਮਤਲਬ ਕੋਸ਼ਿਸ਼ ਮੇਰੀ ਇਹੀ ਹੈ ਕਿ ਹਾਂ ਜ਼ਰੂਰ ਇਹ ਚੀਜ਼ ਜਿਹੜੀ ਇਹ ਵੀ ਆਪਾਂ ਕਰਾਂਗੇ ਕਿ ਅਸੀਂ ਕਿਉਂਕਿ ਉਹਨਾਂ ਵਿੱਚੋਂ ਕਈ ਬੱਚੇ ਸਕੂਲ ਵੀ ਜਾਂਦੇ ਆ, ਠੀਕ ਹੈ। ਜ਼ਰੂਰੀ ਕਿ ਝੁੱਗੀਆਂ ਵਾਲੇ ਬੱਚੇ ਸਕੂਲ ਨਹੀਂ ਜਾਂਦੇ, ਸਕੂਲ ਵੀ ਜਾਂਦੇ ਆ। ਤੇ ਲਿਖਾਈ ਕਈ ਬੱਚਿਆਂ ਦੀ ਜਿਹੜੀ ਆ ਉਹ ਤੁਸੀਂ ਦੇਖੋਗੇ ਕਿ ਸਾਡੇ ਬੱਚਿਆਂ ਨਾਲੋਂ ਵੀ ਬਹੁਤ ਕਮਾਲ ਦੀ ਆ, ਬਹੁਤ ਹੀ ਥੈਂਕਫੁਲ ਜਿਹੜੇ ਉਹ ਹੈਗੇ। ਮੈਨੂੰ ਲੱਗਦਾ ਕਿ ਕਲਾ ਹੈਗੀ, ਪਛਾਣਨ ਦੀ ਲੋੜ ਹੈ। ਹਾਂ, ਕਲਾ ਹੈਗੀ ਪਛਾਣ ਬਹੁਤ। ਮੈਂ ਤੇ ਇਹ 'ਚ ਬਿਆਸ ਵਾਲੀਆਂ ਝੁੱਗੀਆਂ 'ਚ ਮੈਂ ਗੱਲ ਕਰਾਂ ਤੇ ਬੜੀ ਪਿਆਰੀ ਹੈਂਡ ਰਾਈਟਿੰਗ ਲਿਖਣ ਵਾਲੇ ਬੱਚੇ, ਜਿਨ੍ਹਾਂ ਦੇ ਘਰ ਲਾਈਟ ਵੀ ਨਹੀਂ ਆਉਂਦੀ,
ਕੱਪੜੇ ਵੀ ਨਹੀਂ ਉਹਨਾਂ ਕੋਲ ਉਨੇ ਹੈਗੇ, ਠੀਕ ਹੈ। ਸੋ ਬਟ ਦੇਖੋ ਕਿ ਕਿੰਨਾ ਅੱਛਾ, ਮੈਂ ਤਾਂ ਹੀ ਉਹ ਤੇ ਕਹਿੰਦੀ ਕਿ ਲਾਗੋਂ ਵੇਖੋ ਨਾ ਚੀਜ਼ਾਂ ਨੂੰ ਤੇ ਆਪੇ ਜੀ ਕਰੇਗਾ ਕਿ ਅਸੀਂ ਬਦਲਾਵ ਲੈ ਕੇ, ਜੋ ਸਾਨੂੰ ਆਪਣੀ ਪਈ ਆ ਕਿ ਨਹੀਂ ਇੱਕ ਏਸੀ ਆ ਗਿਆ ਹੁਣ 4 ਆ ਜਾਣ, LED 32 ਆ ਤੇ ਹੁਣ ਵੱਡੀ ਲੈ ਲਈਏ 65 ਵਾਲੀ, ਹੈ ਨਾ। ਸੋ ਉਧਰ ਨੂੰ ਜੇ ਧਿਆਨ ਰਹੇਗਾ ਤੇ ਬਦਲਾਵ ਕਿੱਥੇ ਆਏਗਾ, ਚੀਜ਼ਾਂ 'ਚ ਹੀ ਉਲਝ ਕੇ ਅਸੀਂ ਜਿਹੜਾ ਉਹ ਰਹਿ ਜਾਵਾਂਗੇ। ਜੀ ਬਹੁਤ ਬਹੁਤ ਧੰਨਵਾਦ ਮਨਦੀਪ ਜੀ, ਤੁਸੀਂ ਸਮਾਂ ਕੱਢਿਆ ਤੇ ਜਿਹੜੇ ਆਪਣੀ ਕੰਪਨੀ ਬਾਰੇ ਸਾਨੂੰ ਦੱਸਿਆ, ਆਪਣੇ ਜੀਵਨ ਬਾਰੇ ਦੱਸਿਆ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸ਼ੁਕਰੀਆ। ਤਾਂ ਇਹ ਸਨ ਮਨਦੀਪ ਕੌਰ ਟਾਂਗਰਾ ਹੋਣੀ, ਜਿਹੜੇ ਪਿੰਡ 'ਚੋਂ ਉੱਠੇ, ਪਿੰਡ ਦੇ ਵਿੱਚ ਹੀ ਇੱਕ ਵੱਡੀ IT ਕੰਪਨੀ ਬਣਾਈ, ਪਿੰਡ ਦੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ, ਖਾਸ ਕਰਕੇ ਪੰਜਾਬ ਦੀਆਂ ਧੀਆਂ ਨੂੰ ਰੋਜ਼ਗਾਰ ਦਿੱਤਾ। ਤੇ ਹੁਣ ਇੱਕ ਸੁਪਨਾ ਹੋਰ ਹੈਗਾ ਕਿ ਖੇਤੀ ਸੈਕਟਰ ਦੇ ਵਿੱਚ ਵੀ ਪੰਜਾਬ ਲਈ ਕੁਝ ਕੀਤਾ ਜਾਵੇ, ਝੁੱਗੀਆਂ ਵਾਲੇ ਬੱਚਿਆਂ ਦੇ ਵਿੱਚੋਂ ਉਹਨਾਂ ਦੀ ਕਲਾ ਨੂੰ ਪਹਿਚਾਨਿਆ ਜਾਵੇ, ਉਹਨਾਂ 'ਚੋਂ ਜਿਹੜੇ ਇੰਜੀਨੀਅਰ ਪੈਦਾ ਕੀਤੇ ਜਾਣ। ਇਹ ਸੁਪਨਾ ਹੈਗਾ ਇਹਨਾਂ ਦਾ, ਤੇ ਹੁਣ ਅਸੀਂ ਵੀ ਉਮੀਦ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਸੁਪਨਿਆਂ ਦੇ ਉੱਪਰ ਵੀ ਜਿਹੜੀ ਮਿਹਰਬਾਨੀ ਕਰੇ, ਇਹਨਾਂ ਦੇ ਸੁਪਨੇ ਪੂਰੇ ਹੁੰਦੇ ਰਹਿਣ ਤੇ ਇਹ ਇਸੇ ਤਰ੍ਹਾਂ ਪੰਜਾਬ ਦੀ ਬਿਹਤਰੀ ਲਈ ਜਾਂ ਧੀਆਂ ਦੀ ਬਿਹਤਰੀ ਲਈ ਕੰਮ ਕਰਦੇ ਹਨ। ਕੈਮਰਾਮੈਨ ਜਸਵਿੰਦਰ ਦੇ ਨਾਲ ਇੰਦਰਜੀਤ ਸਿੰਘ ਚਾਹਲ, ਰੌਣਕ ਪੰਜਾਬ ਦੀ TV ਟਾਂਗਰਾ, ਅੰਮ੍ਰਿਤਸਰ ਸਾਹਿਬ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ।